ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬੇਸੁਮਾਰ ਅਥਾਹ ਅਗਨਤ ਅਤੁਲਹਿ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਗੜ੍ਹ ਮਹਿ ਹਰ ਰਾਮ ਰਾਏ ਹੈ, ਕਿਛ ਸਾਧ ਨ ਪਾਵੈ ਧੀਠਾ। ਹਰ ਦੀਨ ਦਇਆਲ ਅਨੁਗ੍ਰਹ ਕੀਆ, ਹਰ ਗੁਰ ਸਬਦੀ ਚਖ ਡੀਠਾ। ਇਸ ਗੜ੍ਹ ਮਹਿ ਹਰ ਰਾਮ ਰਾਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਕਿਰਪਾਲਤਾ ਦਾ ਸਦਕਾ, ਜੋ ਹਜ਼ੂਰ ਦੀ ਅੰਮ੍ਰਿਤਮਈ ਪਾਵਨ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਕਥਾ ਆਰੰਭ ਹੈ। ਗੁਰੂ ਕਿਰਪਾ ਸਦਕਾ ਇਹ ਗੌੜੀ ਰਾਗ ਵਿੱਚ ਕਥਾ ਪਹੁੰਚੀ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਦੇ 171 ਅੰਗ ਤੱਕ ਕਥਾ ਹੋ ਚੁੱਕੀ ਹੈ ਔਰ ਗੌੜੀ ਰਾਗ ਦੇ 60 ਸ਼ਬਦਾਂ ਦੀ ਵਿਚਾਰ ਹੁਣ ਤੱਕ ਹੋਈ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਬਚਨ ਫਰਮਾ ਰਹੇ ਹਨ, ਵਿਚਾਰੀਏ, ਸੁਣੀਏ, ਤਾਂ ਕਿ ਸਾਡੇ ਹਿਰਦਿਆਂ ਵਿੱਚ ਸਤਿਗੁਰਾਂ ਦਾ ਉਪਦੇਸ਼ ਵਸੇ, ਸਾਡਾ ਭਲਾ ਹੋਵੇ। ਗੌੜੀ ਪੂਰਬੀ ਮਹੱਲਾ ਚੌਥਾ। ਗੌੜੀ ਰਾਗਣੀ ਦੀ ਪੂਰਬੀ ਵੰਨਗੀ ਹੈ। ਚੌਥੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਬਚਨ ਹਨ। ਸਵਾਲ ਉੱਠਦਾ ਹੈ ਕਿ ਇਹ ਜੋ ਸਾਡਾ ਸਰੀਰ ਹੈ, ਇਸ ਸਰੀਰ ਵਿੱਚ ਹੀ ਪਰਮਾਤਮਾ ਦਾ ਵਾਸਾ ਹੈ। ਜਿਵੇਂ ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਹੋਰ ਵੀ ਬੇਅੰਤ ਬਚਨ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਤਿਆਦਿਕ ਸਤਿਗੁਰੂ ਦਾ ਇਹੀ ਉਪਦੇਸ਼ ਹੈ ਕਿ ਪ੍ਰਮਾਤਮਾ ਹਰ ਥਾਂ ਵਸ ਰਿਹਾ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨ ਬੁਝੈ ਗਵਾਰੀ, ਜਿਵੇਂ ਬਚਨ ਹਨ। ਇਹ ਪ੍ਰਸ਼ਨ ਜਿਗਿਆਸੂ ਦੇ ਮਨ ਵਿੱਚ ਅਕਸਰ ਉੱਠ ਸਕਦਾ ਹੈ ਕਿ ਜੇ ਇਸ ਸਰੀਰ ਦੇ ਅੰਦਰ ਹੀ ਪਰਮਾਤਮਾ ਹੈ ਤੇ ਸਾਨੂੰ ਉਸ ਦਾ ਗਿਆਨ ਕਿਉਂ ਨਹੀਂ? ਸਾਨੂੰ ਵਾਹਿਗੁਰੂ ਪਰਮਾਤਮਾ ਦਾ ਜੋ ਸਵਾਦ ਹੈ, ਰਸ ਹੈ, ਆਨੰਦ ਹੈ, ਕਿਉਂ ਨਹੀਂ ਪ੍ਰਾਪਤ ਹੋ ਰਿਹਾ? ਇਸ ਸਰੀਰ ਕਿਲੇ ਦੇ ਅੰਦਰ ਹੋਰ ਵੀ ਬੜਾ ਕੁਝ ਵਸਿਆ ਆ। ਪਰਮਾਤਮਾ ਨੇ ਇਸ ਜੀਵ ਦੇ ਹਿਰਦੇ ਅੰਦਰ ਹੋਰ ਵੀ ਬੜਾ ਕੁਝ ਪਾਇਆ ਹੋਇਆ, ਜਿਵੇਂ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਜਾਂ ਮਨ 'ਚ ਜਦੋਂ ਵੈਰ ਭਾਵਨਾ ਹੁੰਦੀ ਹੈ, ਈਰਖਾ ਹੁੰਦੀ ਹੈ, ਮਨ 'ਚ ਜਿਹੜੀ ਦਵੈਤ ਹੈ, ਇਹ ਸਾਰੀਆਂ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ। ਕਾਮ ਦਿਖਾਈ ਨਹੀਂ ਦਿੰਦਾ, ਪਰ ਜਦੋਂ ਕਿਸੇ ਜੀਵ ਦੇ ਮਨ ਪਰ ਹਾਵੀ ਹੋ ਜਾਂਦਾ ਤੇ ਉਸ ਤੋਂ ਵਿਭਚਾਰ ਜਾਂ ਬਲਾਤਕਾਰ ਵਰਗੇ ਘਿਨਾਉਣੇ ਕਰਮ ਕਰਵਾ ਦਿੰਦਾ, ਉਹ ਕਰਮ ਦਿਖਾਈ ਦੇ ਸਕਦੇ ਨੇ, ਜਿਨ੍ਹਾਂ ਕਰਕੇ ਜੀਵ ਨੂੰ ਸਜ਼ਾ ਆਦਿਕ ਮਿਲਦੀ ਹੈ, ਪਰ ਕਾਮ ਦਿਖਾਈ ਨਹੀਂ ਦਿੰਦਾ। ਕ੍ਰੋਧ ਜਦੋਂ ਮਨੁੱਖ 'ਤੇ ਹਾਵੀ ਹੋ ਜਾਂਦਾ, ਮਨੁੱਖ ਬਾਂਦਰ ਵਾਂਗ ਨਾਚ ਕਰਦਾ ਦਿਖਾਈ ਦਿੰਦਾ, ਪਰ ਕ੍ਰੋਧ ਦਾ ਤੇ ਕੋਈ ਰੂਪ ਦਿਖਾਈ ਨਹੀਂ ਦਿੰਦਾ।
ਲੋਭ ਦਾ ਵੀ ਕੋਈ ਰੂਪ ਦਿਖਾਈ ਨਹੀਂ ਸਾਨੂੰ ਦਿੰਦਾ, ਮੋਹ ਦਾ ਵੀ, ਹੰਕਾਰ ਦਾ ਵੀ। ਮਨਾਂ ਵਿੱਚ ਹੈਨ ਵਸੇ ਹੋਏ। ਇਸੇ ਤਰ੍ਹਾਂ ਜਿਹੜੇ ਲੋਕ ਪ੍ਰਸ਼ਨ ਕਰਦੇ ਨੇ ਭਈ ਵਾਹਿਗੁਰੂ ਕਿਹੋ ਜਿਹਾ, ਹੁਣ ਮਨੁੱਖ ਵਰਗਾ ਨਹੀਂ। ਜਿਵੇਂ ਇਹ ਸਾਰੀਆਂ ਚੀਜ਼ਾਂ ਅੰਦਰ ਵਸ ਰਹੀਆਂ ਨੇ, ਵਕਾਰ ਦੋਸ਼ ਵਸ ਰਹੇ ਨੇ, ਇਸੇ ਤਰ੍ਹਾਂ ਉਹ ਪਰਮਾਤਮਾ ਦਾ ਵਾਸਾ ਵੀ ਇਸ ਦੇਹ ਦੇ ਅੰਦਰ ਹੀ, ਹਿਰਦੇ ਦੇ ਅੰਦਰ ਹੀ ਹੈ। ਪਰ ਸਾਡਾ ਮਨ ਚੂੰਕਿ ਉਹਨਾਂ ਵਿਕਾਰਾਂ ਦੀ ਗ੍ਰਿਫਤ ਵਿੱਚ ਆਇਆ ਹੋਇਆ। ਹਜ਼ੂਰ ਨੇ ਕਿਹਾ ਪੰਜ ਬਟਵਾਰੇ ਸੇ ਮੀਤ ਕਰ ਮਨ ਹੈ। ਉਹ ਬਟਵਾਰੇ ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਣ ਵਾਲੇ ਜਿਹੜੇ ਹੁੰਦੇ ਨੇ ਨਾ, ਠੱਗ ਚੋਰ ਬਦਮਾਸ਼, ਉਹਨਾਂ ਨੂੰ ਬਟਵਾਰੇ ਕਿਹਾ ਜਾਂਦਾ। ਬਟਵਾਰੇ, ਬਾਟ ਪਾਰ ਇਤਿਆਦਿਕ, ਉਹ ਜਿਹੜੇ ਠੱਗ ਨੇ ਪੰਜੇ, ਉਹਨਾਂ ਨੂੰ ਮਿੱਤਰ ਕਰਕੇ ਮੰਨਦਾ ਸਾਡਾ ਮਨ। ਸਾਂਝ ਉਹਨਾਂ ਨਾਲ ਪਾਈ ਹੋਈ ਹੈ ਅਤੇ ਉਹ ਹੀ ਇਹਦੀਆਂ ਭੁਆਟਣੀਆਂ ਭੁਆਈ ਫਿਰਦੇ ਨੇ। ਇਹਨੂੰ ਆਪਣੇ ਰਸਾਂ 'ਚ ਲਾ ਕੇ ਮੰਦ ਕਰਮੇ ਦੇ ਪਾਸੋਂ ਬੁਰੇ ਕਰਮ ਕਰਵਾਉਂਦੇ ਨੇ ਅਤੇ ਫਿਰ ਉਹਨਾਂ ਦਾ ਫਲ ਜਦੋਂ ਮਿਲਦਾ ਉਦੋਂ ਤਾਂ ਉਹ ਸਹਾਈ ਨਹੀਂ ਹੁੰਦੇ ਨਾ, ਫਲ ਭੋਗਣ ਵੇਲੇ ਤੇ ਉਹ ਹਿੱਸਾ ਨਹੀਂ ਵੰਡਾਉਣਗੇ। ਵਾਹਿਗੁਰੂ ਪਰਮਾਤਮਾ ਨਾਲ ਜੁੜਨਾ ਇੰਝ ਹੀ ਔਖਾ ਹੈ, ਪਰਮਾਤਮਾ ਨੂੰ ਲੱਭਣਾ ਇੰਝ ਔਖਾ ਹੈ ਵੀ ਜਿਵੇਂ ਪਾਣੀ ਧਰਤੀ 'ਤੇ ਡੋਲੀਏ ਨੀਵੇਂ ਪਾਸੇ ਨੂੰ ਤਾਂ ਝੱਟ ਦੌੜਦਾ ਹੈ, ਪਰ ਉੱਪਰ ਨੂੰ ਪਾਣੀ ਚੜਾਉਣਾ ਹੋਏ ਤਾਂ 20 ਯਤਨ ਕਰਨੇ ਪੈਂਦੇ ਨੇ। ਬੜੇ ਯਤਨਾਂ ਦੇ ਨਾਲ ਕਿਸੇ ਪਹਾੜ 'ਤੇ ਪਾਣੀ ਚੜਾਉਣਾ, ਉੱਚੀ ਥਾਂ 'ਤੇ ਪਾਣੀ ਚੜਾਉਣਾ ਬੜਾ ਕਠਿਨ ਹੈ। ਸੰਸਾਰ ਵੱਲ ਨੂੰ ਮਨ ਨੂੰ ਭਜਾਉਣਾ ਬੜਾ ਸੌਖਾ ਹੈ, ਕਿਉਂਕਿ ਇਹਦਾ ਸੁਭਾਅ ਹੀ ਬਣਿਆ ਹੋਇਆ ਕਈ ਜਨਮਾਂ ਜਨਮਾਂਤਰਾਂ ਦਾ। ਨੀਵੇਂ ਪਾਸੇ ਨੂੰ ਤਾਂ ਮਨ ਦੌੜੇਗਾ, ਹੋਸ਼ੇ ਰਸਾਂ ਵੱਲ ਨੂੰ ਤਾਂ ਮਨ ਦੌੜੇਗਾ, ਬੜੀ ਛੇਤੀ ਚਲਾ ਜਾਏਗਾ, ਲੱਗ ਜਾਏਗਾ, ਕੋਈ ਯਤਨ ਕਰਕੇ ਨਹੀਂ ਲਾਉਣਾ ਪੈਂਦਾ। ਪਰ ਨਿਰੰਕਾਰ ਵਾਹਿਗੁਰੂ ਪਰਮਾਤਮਾ ਦੇ ਆਤਮ ਰਸ ਵੱਲ ਇਸ ਮਨ ਨੂੰ ਜੋੜਨਾ, ਲਾਉਣਾ ਕਠਿਨ ਹੈ। ਇਹ ਉੱਪਰ ਦੀ ਗੱਲ ਹੈ, ਉੱਪਰਲਾ ਦਰਜਾ ਹੈ। ਸੋ ਇਸ ਵਾਸਤੇ ਹੀ ਲੋੜ ਪਈ ਉਪਦੇਸ਼ ਦੀ। ਰਿਸ਼ੀ ਮੁਨੀ, ਪੀਰ ਪੈਗੰਬਰ, ਅਵਤਾਰ, ਔਲੀਏ, ਮਹਾਤਮਾ, ਸੰਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ ਵਿੱਚ ਆਏ ਸਾਨੂੰ ਜੀਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ, ਉਸ ਆਤਮ ਰਸ ਦੇ ਅਧਿਕਾਰੀ ਬਣਾਉਣ ਵਾਸਤੇ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ ਇਸ ਗੜ੍ਹ ਮਹਿ ਹਰ ਰਾਮ ਰਾਏ ਹੈ। ਜਿੱਥੇ ਵਿਕਾਰ ਦੋਸ਼ ਔਗਣ ਪਾਪ ਵਸੇ ਹੋਏ ਨੇ, ਉੱਥੇ ਇਸ ਗੜ੍ਹ ਸਰੀਰ ਰੂਪੀ ਕਿਲੇ ਦੇ ਅੰਦਰ, ਗੜ੍ਹ ਦਾ ਨਾਮ ਹੈ ਕਿਲਾ, ਹਰੀ ਪਰਮਾਤਮਾ ਜੋ ਦੁੱਖਾਂ ਦਾ ਹਾਰਕ ਹੈ, ਰਾਮ ਰਮਿਆ ਹੋਇਆ ਵਿਆਪਕ ਰਾਏ ਰਾਜਾ ਰੂਪ ਹੈ। ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਵਾਹਿਗੁਰੂ ਹੋਇਆ ਉਹ ਰਾਜਾ ਹੈ, ਉਹ ਹੈ ਇਸ ਗੜ੍ਹ ਕਿਲੇ ਦੇ ਅੰਦਰ। ਪਰ ਵਾਹਿਗੁਰੂ ਦੀ ਪ੍ਰਾਪਤੀ ਦਾ ਰਸ ਆਨੰਦ ਸਾਨੂੰ ਨਹੀਂ ਪ੍ਰਾਪਤ। ਕਿਛ ਸਾਧ ਨ ਪਾਵੈ ਧੀਠਾ। ਇਹ ਧੀਠਾ ਸ਼ਬਦ ਸੰਸਕ੍ਰਿਤ ਵਿੱਚੋਂ ਆਇਆ, ਉੱਥੇ ਤ੍ਰਿਸ਼ਟ ਸ਼ਬਦ ਆ, ਤ੍ਰਿਸ਼ਟ ਸ਼ਬਦ, ਅਤੇ ਫਿਰ ਬਣ ਗਿਆ ਇਹ ਪੁਰਾਤਨ ਪੰਜਾਬੀ 'ਚ ਢੀਠਾ, ਅਤੇ ਅਜੋਕੀ ਪੰਜਾਬੀ ਵਿੱਚ ਇਹਨੂੰ ਅਸੀਂ ਢੀਠਾ ਸ਼ਬਦ, ਢੀਠ ਸ਼ਬਦ ਵਰਤਦੇ ਹਾਂ। ਢੀਠ, ਕਰੜਾ, ਜਿੱਥੇ ਲੱਗਾ ਹੈ ਉੱਥੇ ਹੀ ਲੱਗਾ ਹੈ, ਉੱਥੋਂ ਦਰਵੀਭੂਤ ਹੋ ਕੇ ਮੁੜਦਾ ਨਹੀਂ। ਇਹੋ ਜਿਹੇ ਵਿਅਕਤੀ ਨੂੰ ਕਹਿੰਦੇ ਢੀਠ ਹਨ, ਜਿਸ ਦੇ ਉੱਪਰ ਕਿਸੇ ਉਪਦੇਸ਼ ਦਾ ਅਸਰ ਨਾ ਹੋਵੇ, ਕਰੜਾ ਕਠੋਰ ਚੇਤਾ ਜਿਹਦਾ। ਸੋ ਇਸ ਪ੍ਰਕਾਰ ਮਨ ਦੇ ਹੱਠ ਵਾਲਾ ਵਿਅਕਤੀ, ਇਹ ਕਿਉਂਕਿ ਸਾਡਾ ਮਨ ਢੀਠ ਬਣ ਕੇ, ਭਾਵੇਂ ਇਹਨੂੰ ਕੁੱਟ ਵੀ ਪੈਂਦੀ, ਮਾਰ ਵੀ ਪੈਂਦੀ ਹੈ, ਦੁਖੀ ਵੀ ਹੁੰਦਾ, ਪਰ ਫਿਰ ਵੀ ਜਿਵੇਂ ਕਿਸੇ ਦੀ ਔਲਾਦ ਗਲਤ ਨਿਕਲ ਆਏ ਅਤੇ ਫਿਰ ਬਾਰ-ਬਾਰ ਉਹ ਉਸ ਬੱਚਿਆਂ ਤੋਂ ਦੁਖੀ ਹੋ ਕੇ ਵੀ ਉਹਨਾਂ ਨਾਲ ਮੋਹ ਕਰਦਾ, ਉੱਧਰ ਹੀ ਪਿੱਛੇ ਪਿੱਛੇ ਭੱਜਦਾ, ਪਰਿਵਾਰ ਦੇ ਮੋਹ 'ਚ ਹੀ ਲੱਗਾ ਰਹਿੰਦਾ। ਇਸੇ ਪ੍ਰਕਾਰ ਇਹਨਾਂ ਵਿਕਾਰਾਂ ਦਾ ਜਿਹੜਾ ਰਸ ਹੈ, ਇਹਨੂੰ ਚੰਬੜਿਆ ਹੋਇਆ, ਇਹਨਾਂ ਵਿਕਾਰਾਂ ਦੀਆਂ ਦਿੱਤੀਆਂ ਹੋਈਆਂ ਭੁਆਟਣੀਆਂ ਕਰਕੇ ਇਹਨੂੰ ਕਸ਼ਟ ਵੀ ਝੱਲਣੇ ਪੈਂਦੇ ਨੇ। ਕਾਮ ਦੇ ਅਧੀਨ ਹੋ ਕੇ, ਕ੍ਰੋਧ ਦੇ ਅਧੀਨ ਹੋ ਕੇ ਮਾੜਾ ਕਰਮ ਕਰ ਬਹਿੰਦਾ, ਪਰ ਫਿਰ ਉਹਦੀ ਸਜ਼ਾ ਮਿਲਦੀ ਆ। ਇਹਦੇ ਬਾਵਜੂਦ ਫਿਰ ਉਹਨਾਂ ਨਾਲ ਹੀ ਸਾਂਝ ਆ, ਵਾਹਿਗੁਰੂ ਨਾਲ ਚਿੱਤ ਨਹੀਂ ਜੋੜਦਾ, ਪਰਮਾਤਮਾ ਵਾਲੇ ਪਾਸੇ ਨਹੀਂ ਤੁਰਦਾ, ਪਰਮਾਰਥ ਵਾਲੇ ਰਾਹ ਨਹੀਂ ਤੁਰਦਾ।
ਬਹੁਤ ਜ਼ਿਆਦਾ ਸੱਟ ਵਜੇ ਤੇ ਫਿਰ ਕਿਤੇ ਸੰਸਾਰ ਵੱਲੋਂ ਉਪਰਾਮ ਹੋ ਕੇ ਉਦਾਸ ਨਿਰਾਸ਼ ਹੋ ਕੇ ਕਿਤੇ ਧਾਰਮਿਕ ਪਾਸੇ ਜੀਵ ਲੱਗ ਸਕਦਾ ਮਨੁੱਖ ਨੂੰ, ਪਰ ਬਹੁਤ ਕਠਿਨ ਹੈ ਇਹਦੇ ਵਾਸਤੇ। ਇਹ ਢੀਠ ਬਣ ਗਿਆ ਹੈ, ਹੋਰਨਾਂ ਸਵਾਦਾਂ ਰਸਾਂ 'ਚ ਲੱਗਾ ਹੋਇਆ ਤੇ ਪਰਮਾਤਮਾ ਦੀ ਪ੍ਰਾਪਤੀ ਦਾ, ਉਸ ਦੇ ਰਸ ਦਾ ਜਿਹੜਾ ਸਵਾਦ ਹੈ ਉਹ ਨਹੀਂ ਇਹ ਪ੍ਰਾਪਤ ਕਰਦਾ, ਕਿਉਂਕਿ ਉਹਦਾ ਅਧਿਕਾਰੀ ਹੀ ਨਹੀਂ ਬਣਿਆ ਹੈ, ਉਹਦੀ ਇੱਛਾ ਹੀ ਨਹੀਂ ਕਰਦਾ। ਵਸਤੂ ਭਾਵੇਂ ਕੋਲ ਹੀ ਹੋਵੇ, ਜਦੋਂ ਉਹਦੀ ਕਦਰ ਹੀ ਨਹੀਂ ਸਾਨੂੰ, ਉਹਦੇ ਸੁੱਖ ਬਾਰੇ ਪਤਾ ਹੀ ਨਹੀਂ, ਫਿਰ ਉਹਨੂੰ ਅਸੀਂ ਪ੍ਰਾਪਤ ਹੀ ਨਹੀਂ ਕਰਦੇ, ਸਾਡਾ ਲਗਾਅ ਹੀ ਨਹੀਂ ਉਹਦੇ ਨਾਲ, ਕਿਉਂਕਿ ਸਾਨੂੰ ਅਹਿਮੀਅਤ ਦਾ ਨਹੀਂ ਪਤਾ। ਇਹ ਢੀਠ ਹੋ ਕੇ ਵਾਹਿਗੁਰੂ ਦੇ ਸਵਾਦ ਨੂੰ ਨਹੀਂ ਪ੍ਰਾਪਤ ਕਰਦਾ। ਹਰ ਦੀਨ ਦਇਆਲ ਅਨੁਗ੍ਰਹ ਕੀਆ। ਪਰ ਇੱਕ ਉਹ ਜੀਵ ਹਨ ਜਿਨ੍ਹਾਂ ਦੇ ਉੱਪਰ, ਦੀਨਾਂ ਉੱਪਰ ਦਿਆਲ ਹੋਣ ਵਾਲਾ ਜੋ ਵਾਹਿਗੁਰੂ ਹੈ, ਕਿਉਂਕਿ ਪਰਮਾਤਮਾ ਦਾ ਨਾਮ ਪਾਇਆ ਭਗਤਾਂ ਨੇ ਦੀਨ ਦਇਆਲ। ਦੀਨ ਜਿਹੜੇ ਆਜ਼ਿਜ਼, ਨਿਮਾਣੇ, ਨਿਮਰਤਾਵਾਨ, ਮਸਕੀਨ, ਇੱਛਾ ਭੈ ਸੰਯੁਕਤ ਹੋ ਕੇ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨ ਵਾਲੇ, ਉਹਨਾਂ ਦੇ ਉੱਪਰ ਦਇਆ ਦਾ ਘਰ ਪਰਮਾਤਮਾ ਦਿਆਲੂ ਕਿਰਪਾਲੂ ਹੁੰਦਾ। ਉਹਨਾਂ ਦੇ ਉੱਪਰ ਕਰੁਣਾ ਕਰਦਾ, ਕਿਰਪਾਲਤਾ ਕਰਦਾ, ਤਰਸ ਕਰਦਾ, ਰਹਿਮ ਕਰਦਾ ਹੈ। ਐਸਾ ਜੋ ਵਾਹਿਗੁਰੂ ਹੈ ਦੀਨ ਦਇਆਲ ਹਰੀ, ਉਸਨੇ ਅਨੁਗ੍ਰਹ ਕੀਆ, ਆਪਣੀ ਅਨੁਕੰਪਾ ਕੀਤੀ, ਆਪਣੀ ਕਿਰਪਾਲਤਾ ਜਿਸ ਦੇ ਉੱਪਰ ਕੀਤੀ। ਹਰ ਗੁਰ ਸ਼ਬਦੀ ਚਖ ਡੀਠਾ। ਉਸ ਵਿਅਕਤੀ ਨੇ ਜਾਂ ਉਹਨਾਂ ਵਿਅਕਤੀਆਂ ਨੇ ਵਾਹਿਗੁਰੂ ਦੀ ਕਿਰਪਾਲਤਾ ਨਾਲ ਗੁਰੂ ਮਹਾਰਾਜ ਦੇ ਚਰਨੀ ਲੱਗ ਕੇ ਗੁਰੂ ਦੇ ਪਾਸੋਂ ਸ਼ਬਦ ਉਪਦੇਸ਼ ਪ੍ਰਾਪਤ ਕੀਤਾ, ਤੇ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਉਹਨਾਂ ਨੇ ਹਰੀ ਪਰਮਾਤਮਾ ਦੇ ਸਵਾਦ ਨੂੰ ਚਖ ਕੇ ਤੀਠਾ ਵੇਖਿਆ, ਚਖ ਕੇ ਪਤਾ ਕਰ ਲਿਆ ਵੀ ਇਹ ਸਭ ਤੋਂ ਮਿੱਠਾ ਹੈ। ਆਨ ਸਾਧ ਚਖ ਸਗਲੇ ਦੇਖੇ, ਉਹ ਵੀ ਵੇਖੇ, ਪਰ ਜਦੋਂ ਇਹ ਵੇਖਿਆ ਚਖ ਕੇ, ਆਨ ਸਾਧ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀ। ਹਰੀ ਪਰਮਾਤਮਾ ਦੇ ਨਾਮ ਦਾ ਰਸ ਹੀ ਸਭ ਤੋਂ ਮਿੱਠਾ ਹੈ। ਇਹ ਜਿਹਨਾਂ ਚਖਿਆ ਉਹਨਾਂ ਨੂੰ ਪਤਾ ਲੱਗਾ। ਪਰ ਇਹ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ। ਉਸ ਵੇਲੇ ਭਾਗ ਜਾਗ ਪਏ, ਵਾਹਿਗੁਰੂ ਨੇ ਵੱਡੀ ਬਖਸ਼ਿਸ਼ ਕੀਤੀ, ਕਿਉਂਕਿ ਅਧਿਕਾਰੀ ਬਣਿਆ ਨਾ। ਜੋ ਮੰਗਦਾ ਸੀ, ਜੋ ਉਸ ਚੀਜ਼ ਦਾ ਲੋੜਵੰਦ ਸੀ, ਚਾਹਵਾਨ ਸੀ, ਉਹਨੂੰ ਪਰਮਾਤਮਾ ਨੇ ਕਦੇ ਫਿਰ ਉਹਦੀ ਪ੍ਰੇਮਾ ਭਗਤੀ ਕਰਕੇ ਤੁੱਠ ਕੇ ਇਹ ਦਾਤ ਬਖਸ਼ੀ, ਗੁਰੂ ਚਰਨਾਂ ਨਾਲ ਜੋੜਿਆ, ਗੁਰੂ ਦੇ ਦੁਆਰਾ ਸ਼ਬਦ ਪ੍ਰਾਪਤ ਹੋਇਆ, ਗੁਰੂ ਦੇ ਉਪਦੇਸ਼ ਰਾਹੀਂ ਚਖ ਕੇ ਡੀਠਾ ਵੇਖਿਆ ਤੇ ਪਤਾ ਲੱਗਾ ਇਹ ਸਭ ਤੋਂ ਉੱਤਮ ਹੈ। ਰਾਮ ਹਰ ਕੀਰਤਨ ਗੁਰ ਲਿਵ ਮੀਠਾ। ਦੋ ਤਰ੍ਹਾਂ ਨਾਲ ਅਰਥ ਕੀਤਾ ਰਾਮ ਸ਼ਬਦ ਦਾ। ਰਾਮ ਪਰਮਾਤਮਾ ਦਾ ਨਾਮ ਹੈ, ਤੇ ਰਾਮ ਕਿਉਂਕਿ ਸਾਰਿਆਂ ਜੀਆਂ 'ਚ ਪਰਮੇਸ਼ਰ ਦੀ ਅੰਸ਼ ਹੈ। ਜਿਵੇਂ ਗੁਰੂ ਘਰਾਂ 'ਚ ਲੰਗਰ ਵਰਤਾਉਣ ਵੇਲੇ ਕਿਹਾ ਜਾਂਦਾ ਵਾਹਿਗੁਰੂ ਦਾਲ ਜੀ, ਵਾਹਿਗੁਰੂ ਭਾਜੀ, ਵਾਹਿਗੁਰੂ ਪ੍ਰਸ਼ਾਦਾ, ਵਾਹਿਗੁਰੂ ਜਲ। ਹੁਣ ਉਹ ਇਕੱਲੇ ਇਕੱਲੇ ਵਿਅਕਤੀ ਨੂੰ ਵੱਖਰੇ ਵੱਖਰੇ ਤੌਰ 'ਤੇ ਵਾਹਿਗੁਰੂ ਨਹੀਂ ਕਿਹਾ ਜਾਂਦਾ, ਵਾਹਿਗੁਰੂ ਦੀ ਅੰਸ਼ ਹੈ ਨਾ ਸਭ ਦੇ ਅੰਦਰ, ਤੇ ਇਸ ਕਰਕੇ ਇਹ ਰਾਮ ਸ਼ਬਦ ਵਰਤਿਆ ਜਾਂਦਾ ਹੈ। ਦੂਜੀ ਗੱਲ ਕਾਵ ਦੇ ਵਿੱਚ ਵਰਤਿਆ ਜਾਂਦਾ, ਤੇ ਇਹ ਭਾਈ ਸ਼ਬਦ ਵਾਸਤੇ ਵਰਤਿਆ ਜਾਂਦਾ, ਇਸ ਕਰਕੇ ਭਾਈ ਅਰਥ ਵੀ ਕੀਤਾ। ਰਾਮ ਹੈ ਭਾਈ। ਹਰੀ ਪਰਮਾਤਮਾ ਅਕਾਲ ਪੁਰਖ ਦਾ ਜੋ ਕੀਰਤਨ ਹੈ, ਇਹ ਗੁਰੂ ਦੀ ਲਿਵ ਵਿੱਚ ਲੱਗ ਕੇ ਜੇ ਕੀਰਤਨ ਕਰੀਏ ਨਾ, ਗੁਰੂ ਨਾਲ ਲਿਵ ਲਾ ਕੇ, ਤੇ ਫਿਰ ਇਹ ਬਹੁਤ ਮਿੱਠਾ ਲੱਗਦਾ। ਗੁਰੂ ਦੀ ਬਖਸ਼ੀ ਹੋਈ ਲਿਵ, ਲਗਨ, ਗੁਰੂ ਚਰਨਾਂ ਨਾਲ ਲਗਨ ਲੱਗੀ ਹੋਈ ਹੋਵੇ, ਤੇ ਗੁਰੂ ਚਰਨਾਂ ਦੀ ਲਗਨ ਦੁਆਰਾ ਫਿਰ ਗੁਰੂ ਪਾਸੋਂ ਹਰੀ ਕੀਰਤਨ ਸੁਣਨ ਨੂੰ ਮਿਲਦਾ ਹੈ। ਸਤਿਗੁਰੂ ਜੀ ਕੀਰਤਨ ਦੀ ਹੀ ਮਹਿਮਾ ਕਰਦੇ ਨੇ, ਤੇ ਇਸ ਤਰ੍ਹਾਂ ਫਿਰ ਇਹ ਮਿੱਠਾ ਲੱਗਦਾ ਹੈ। ਹਰੀ ਦਾ ਕੀਰਤਨ ਇਹ ਸਭ ਤੋਂ ਮਿੱਠਾ ਲੱਗਣ ਲੱਗ ਪੈਂਦਾ। ਰਹਾਉ ਹਰ ਅਗਮ ਗੋਚਰ ਪਾਰ ਬ੍ਰਹਮ ਹੈ। ਹਰੀ ਅਕਾਲ ਪੁਰਖ, ਅਗਮ ਭਾਵ ਗਮਤਾ ਤੋਂ, ਗਮਤਾ ਹੁੰਦੀ ਹੈ ਪਹੁੰਚ, ਪਹੁੰਚ ਤੋਂ ਪਰੇ ਹੈ, ਮਨ ਦੀ ਪਹੁੰਚ ਤੋਂ ਪਰੇ ਹੈ। ਅਗੋਚਰ, ਗੋਚਰ ਚੀਜ਼ ਹੁੰਦੀ ਹੈ ਵੀ ਜਿਵੇਂ ਦ੍ਰਿਸ਼ਟੀ ਗੋਚਰ, ਇਹ ਨਜ਼ਰ ਦੇ ਵਿੱਚ ਆ ਗਈ ਚੀਜ਼। ਇੰਦਰੀਆਂ ਦਾ ਗੋਚਰ ਨਹੀਂ ਵਾਹਿਗੁਰੂ, ਇੰਦਰੀਆਂ ਤੋਂ ਅਵਿਸ਼ੇ ਹੈ। ਨਾ ਅੱਖਾਂ ਹੀ ਪਰਮਾਤਮਾ ਨੂੰ ਪੂਰਨ ਤੌਰ 'ਤੇ ਵੇਖ ਸਕਦੀਆਂ ਹਨ, ਨਾਲ ਕੰਨਾਂ ਨਾਲ ਸੁਣ ਕੇ ਪੂਰਾ ਅੰਤ ਪਾਇਆ ਜਾ ਸਕਦਾ, ਨਾ ਜੀਭ ਨਾਲ ਬੋਲ ਕੇ, ਨਾ ਪੈਰ ਕਦਮ ਹੀ ਤੁਰ ਕੇ ਕਿਤੇ ਪਹੁੰਚ ਕੇ ਦੱਸ ਸਕਦੇ ਨੇ ਰੱਬ ਐਡਾ ਵੱਡਾ।
ਨਾ ਹੱਥਾਂ ਨਾਲ ਕੁਛ ਕਰ ਕਰਕੇ ਜਾਂ ਹੱਥਾਂ 'ਚ ਪਕੜ ਕੇ ਦੱਸ ਸਕੀ ਪ੍ਰਮਾਤਮਾ ਐਡਾ, ਯਾਨੀ ਇੰਦਰੀਆਂ ਤੋਂ ਅਵਿਸ਼ੇ ਅਗੋਚਰ ਹੈ, ਇੰਦਰੀਆਂ ਤੋਂ ਵੀ ਪਹੁੰਚ ਤੋਂ ਪਰੇ ਹੈ। ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਹੈ, ਸੰਸਾਰ ਤੋਂ ਪਰੇ ਹੈ ਬ੍ਰਹਮ ਸ਼ੁੱਧ ਸਰੂਪ ਵਾਹਿਗੁਰੂ। ਮਿਲ ਸਤਿਗੁਰ ਲਾਗ ਬਸੀਠਾ। ਤਾਂ ਹਜ਼ੂਰ ਕਹਿੰਦੇ ਨੇ ਐਸੇ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ ਸਤਿਗੁਰੂ ਮਹਾਰਾਜ ਜੋ ਬਸੀਠਾ ਵਿਚੋਲੇ ਹਨ। ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਵਕੀਲ ਵਿਚੋਲਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਵਕੀਲ ਹਨ, ਵਿਚੋਲੇ ਹਨ ਦਰਗਾਹ ਦੇ, ਐਸੇ ਸਤਿਗੁਰਾਂ ਦੇ ਚਰਨੀ ਲੱਗ ਕੇ ਹੀ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ। ਅਸੀਂ ਮਿਲ ਪਏ ਹਾਂ ਵਾਹਿਗੁਰੂ ਦੇ ਨਾਲ ਸਤਿਗੁਰੂ ਰੂਪੀ ਵਿਚੋਲੇ ਦੁਆਰਾ। ਜਿਨ ਗੁਰ ਬਚਨ ਸੁਖਾਨੇ ਹੀਅਰੈ ਤਿਨ ਆਗੈ ਆਣ ਪਰੀਠਾ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਅੰਦਰ ਸਤਿਗੁਰਾਂ ਦੇ ਬਚਨ ਸੁਖਾਨੇ ਸੁਖਾ ਗਏ। ਸੁਖਾਨੇ ਮਤਲਬ ਚੰਗੇ ਲੱਗਦੇ ਨੇ, ਭਾ ਗਏ। ਜਿਨ੍ਹਾਂ ਦਾ ਗੁਰੂ ਦੇ ਬਚਨਾਂ ਨਾਲ ਪ੍ਰੇਮ ਲੱਗਿਆ, ਤਿਨ ਆਗੇ ਆਣ ਪਰੀਠਾ। ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਅੱਗੇ ਲਿਆ ਕੇ ਪਰੋਸ ਦਿੱਤਾ ਵਾਹਿਗੁਰੂ ਦੇ ਨਾਮ ਦਾ ਭੋਜਨ। ਸੋ ਇਸ ਪ੍ਰਕਾਰ ਭਾਵ ਪਰਮਾਤਮਾ ਅਕਾਲ ਪੁਰਖ ਦਾ ਜਸ ਪ੍ਰੇਮ ਆਨੰਦ ਉਹਨਾਂ ਦੇ ਅੱਗੇ ਲਿਆ ਪਰੋਸਿਆ ਹੈ ਸਤਿਗੁਰੂ ਮਹਾਰਾਜ ਨੇ, ਜਿਨ੍ਹਾਂ ਨੂੰ ਗੁਰਾਂ ਦੇ ਬਚਨ ਸੁਖਾਣੇ ਚੰਗੇ ਲੱਗੇ, ਭਾ ਗਏ। ਮਨਮੁਖ ਹੀਰਾ ਅਤ ਕਠੋਰ ਹੈ। ਜੋ ਮਨ ਦੇ ਪਿੱਛੇ ਲੱਗਣ ਵਾਲਾ ਨਾ, ਮਨ ਨੂੰ ਮੁਖੀ ਬਣਾ ਕੇ ਚੱਲਣ ਵਾਲਾ, ਮਨ ਨੂੰ ਹੀ ਜਿਸ ਨੇ ਮੁੱਖ ਰੱਖਿਆ ਹੋਇਆ, ਐਸਾ ਜੋ ਵਿਅਕਤੀ ਹੈ ਉਹਦਾ ਹੀਰਾ ਹਿਰਦਾ ਅਤ ਕਠੋਰ ਹੈ, ਅਤਿਅੰਤ ਹੀ ਕਰੜਾ ਹੈ। ਕਠੋਰ ਚਿੱਤ ਹੁੰਦਾ ਜਿਹਦੇ 'ਤੇ ਕੋਈ ਅਸਰ ਹੀ ਨਾ ਪਏ। ਜਿਵੇਂ ਪੱਥਰ ਨੂੰ ਪਾਥਰ ਕੋ ਬੋ ਨੀਰ ਪਵਾਇਆ ਨੇ ਭੀਗਾ ਅਧਿਕ ਸੁਕਾਇਆ। ਪੱਥਰ ਨੂੰ 1000 ਸਾਲ ਪਾਣੀ ਸੁੱਟ ਛੱਡੀਏ, ਬਾਹਰ ਕੱਢ ਕੇ ਭੰਨੋਗੇ ਵਿੱਚੋਂ ਖੁਸ਼ਕੀ ਨਿਕਲੇਗਾ। ਐਸਾ ਹਿਰਦਾ ਕਠੋਰ ਹੁੰਦਾ ਮਨਮੁਖ ਦਾ, ਅਤਿਅੰਤ ਹੀ ਕਰੜਾ। ਤਿਨ ਅੰਤਰ ਕਾਰ ਕਰੀਠਾ। ਸੋ ਉਹ ਜਿਹੜੇ ਮਨਮੁਖ ਜੀਵ ਨੇ ਨਾ, ਕਠੋਰ ਹਿਰਦੇ ਵਾਲੇ, ਉਹਨਾਂ ਦੇ ਅੰਦਰ ਕਾਰ ਕਰੀਠਾ ਕਾਲੀ ਕਾਲਖ ਹੈ, ਕਾਲਖ ਹੀ ਕਾਲਖ ਹੈ। ਸੋ ਇਸ ਪ੍ਰਕਾਰ ਉਹਨਾਂ ਦੇ ਅੰਦਰ ਕਾਲਾ ਸਿਆਹ ਕਰੀਠਾ ਮਨ ਹੈ ਉਹਨਾਂ ਦਾ, ਬਹੁਤ ਹੀ ਕਾਲਾ ਸਿਆਹ ਹੋਇਆ ਹੋਇਆ ਪਾਪਾਂ ਨਾਲ। ਸੋ ਇਸ ਪ੍ਰਕਾਰ ਕਾਲਖ ਹੀ ਕਾਲਖ ਹੈ ਉਹਨਾਂ ਦੇ ਅੰਦਰ। ਬਿਸੀਅਰ ਕੋ ਬੋ ਦੂਧ ਪੀ ਆਈਐ ਬਿਖ ਨਿਕਸੈ ਫੂਲ ਫੁਲੀਠਾ। ਉਹਨਾਂ ਦੇ ਤੇ ਇਹੋ ਜਿਹੀ ਹਾਲਤ ਹੈ ਵੀ ਜਿਵੇਂ ਬਿਸੀਅਰ ਸੱਪ ਨੂੰ ਬਹੁਤ ਜ਼ਿਆਦਾ ਦੁੱਧ ਪਿਆਈਏ, ਬੜੀ ਵਾਰੀ ਉਹਦੇ ਬਾਰ-ਬਾਰ ਅੱਗੇ ਰੱਖੀਏ ਦੁੱਧ, ਜਿੰਨਾ ਮਰਜ਼ੀ ਤੁਸੀਂ ਦੁੱਧ ਪਿਆਈ ਜਾਓ ਸੱਪ ਨੂੰ, ਸੱਪੈ ਦੁੱਧ ਪੀ ਆਈ ਹੈ ਵੀ ਉਹ ਮੁੱਖੋਂ ਸੱਟ ਹੈ, ਮੁੱਖ ਤੋਂ ਉਹਨੇ ਜ਼ਹਿਰ ਹੀ ਸੁੱਟਣੀ ਹੈ, ਉਹਦੇ ਕੋਲੋਂ ਭਲਾ ਨਹੀਂ। ਜੇ ਤੁਸੀਂ ਦੁੱਧ ਪਿਆ ਦੇ ਸ਼ਾਇਦ ਉਹਦੇ ਮੂੰਹ 'ਚ ਅੰਮ੍ਰਿਤ ਵਗੇਗਾ ਨਹੀਂ। ਬਿਖ ਨਿਕਸਾ ਫੂਲ ਫੁਲੀਠਾ। ਉਸ ਸੱਪ ਨੂੰ ਜੇ ਤੁਸੀਂ ਫਰੋਲ ਕੇ ਵੇਖੋਗੇ ਨਾ ਚੰਗੀ ਤਰ੍ਹਾਂ, ਫੋਲ ਕੇ ਡੂੰਘਾਈ ਤੱਕ, ਤੇ ਉਹਦੇ ਅੰਦਰੋਂ ਬਿਖ ਨਿਕਸਾ ਜ਼ਹਿਰ ਹੀ ਨਿਕਲਦੀ ਆ। ਸੋ ਇਸੇ ਪ੍ਰਕਾਰ ਜਿਹੜਾ ਮਨਮੁਖ ਹੈ, ਜਿਹਦਾ ਹਿਰਦਾ ਕਾਲਖ ਨਾਲ ਭਰਿਆ ਹੋਇਆ, ਜਿੰਨਾ ਮਰਜ਼ੀ ਉਪਦੇਸ਼ ਰੂਪੀ ਦੁੱਧ ਪਿਆਈ ਜੋ, ਉਹ ਸੱਪ ਵਰਗਾ ਜਿਹੜਾ ਨਾ ਮਨਮੁਖ, ਜਿਸ ਵੇਲੇ ਤੁਸੀਂ ਉਹਨੂੰ ਫਿਰ ਫਰੋਲੋਗੇ, ਉਹਦਾ ਹਿਰਦਾ ਵੇਖੋਗੇ ਗੱਲਬਾਤ ਕਰਕੇ, ਤੇ ਫਿਰ ਉਹਦੇ ਵਿੱਚੋਂ ਬਾਰ-ਬਾਰ ਜ਼ਹਿਰ ਹੀ ਨਿਕਲਣੀ ਹੈ, ਨਿੰਦਿਆ ਰੂਪੀ ਜ਼ਹਿਰ ਹੀ ਨਿਕਲਣੀ, ਵਿਕਾਰਾਂ ਰੂਪੀ ਜ਼ਹਿਰ ਹੀ ਉਹਦੇ ਮਨ 'ਚੋਂ ਬਾਹਰ ਆਉਣੀ। ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ। ਫਿਰ ਸਵਾਲ ਉੱਠਦਾ, ਮਹਾਰਾਜ ਕੀ ਕਰੀਏ ਜੀ, ਜੇ ਹਿਰਦਾ ਕਠੋਰ ਹੈ, ਮਹਾਰਾਜ ਆਪਣੀ ਮਰਜ਼ੀ ਕਰਦਾ ਹੈ, ਤੇ ਇਹਦਾ ਇਲਾਜ ਕੀ ਹੈ ਜੀ? ਤਾਂ ਹਜ਼ੂਰ ਕਹਿੰਦੇ ਨੇ ਕਿ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਤੇ ਆਪਾਂ ਕਰੀਏ ਨਾ, ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ। ਹੇ ਹਰੀ ਪ੍ਰਭੂ ਜੀ, ਸਾਨੂੰ ਲਿਆ ਮਿਲਾਵੋ ਪੂਰਨ ਸਾਧੂ ਸਤਿਗੁਰਾਂ ਦੇ ਨਾਲ, ਜਿਹੜੇ ਸੰਤ ਗੁਰੂ ਹਨ ਨਾ, ਪੂਰਨ ਤੇਰਾ ਸਰੂਪ। ਕਿਉਂਕਿ ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਸਾਧ ਰੂਪ ਆਪਣਾ ਤਨ ਧਾਰਿਆ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੰਤ ਰੂਪ ਵਿੱਚ ਹੀ 10 ਜਾਮਿਆਂ 'ਚ ਵਿਚਰੇ ਨੇ। ਐਸੇ ਪੂਰਨ ਸਾਧੂ ਸਤਿਗੁਰੂ ਨੂੰ ਸਾਨੂੰ ਲਿਆ ਮਿਲਾਓ। ਘਸ ਗਰੜ ਸ਼ਬਦ ਮੁਖ ਲੀਠਾ। ਤੇ ਜਿਸ ਤਰ੍ਹਾਂ ਸੱਪ ਦੀ ਜ਼ਹਿਰ ਉਤਾਰਨ ਵਾਸਤੇ ਇੱਕ
ਨੀਲਕੰਠ ਦਾ ਮੰਤਰ ਹੈ ਤੇ ਉਹਦੇ ਰਾਹੀਂ ਉਹਦੀ ਜ਼ਹਿਰ ਦਾ ਅਸਰ ਦੂਰ ਕੀਤਾ ਜਾਂਦਾ ਹੈ। ਗਾਰੜੂ ਮੰਤਰ ਵੀ ਕਹਿੰਦੇ ਨੇ, ਜਿਵੇਂ ਬਚਨ ਗਰੜ ਮੁਖ ਨਹੀਂ ਸਰਪ ਤਰਾਸ, ਗਰੜ ਤੋਂ ਸੱਪ ਡਰਦਾ ਤੇ ਗਰੜ ਦੇ ਮੂੰਹ 'ਚ ਅਸੀਂ ਵਸਦੇ ਹੋਈਏ ਤੇ ਸੱਪ ਦਾ ਡਰ ਕਾਹਦਾ। ਇੱਥੇ ਅਰਥ ਮਤਲਬ ਇਹ ਆ ਵੀ ਜੇ ਪਰਮੇਸ਼ਰ ਦੇ ਚਰਨਾਂ 'ਚ ਵਸਦੇ ਹੋਈਏ, ਗੁਰੂ ਮਹਾਰਾਜ ਦੇ ਚਰਨਾਂ 'ਚ ਵਸਦੇ ਹੋਈਏ ਤੇ ਵਿਕਾਰਾਂ ਰੂਪੀ ਸੱਪਾਂ ਦਾ ਡਰ ਕੋਈ ਨਹੀਂ। ਗਰੜ ਦਾ ਤੇ ਸੱਪ ਦਾ ਵਿਰੋਧ ਆ, ਵੈਰ ਆਪਸ ਵਿੱਚ। ਜਿੱਥੇ ਗਾਰੜੂ ਮੰਤਰ ਪੜ੍ਹਿਆ ਜਾਂਦਾ ਉੱਥੇ ਸੱਪ ਦੇ ਜ਼ਹਿਰ ਦਾ ਅਸਰ ਨਹੀਂ। ਤੇ ਦੂਸਰਾ, ਉਹ ਦਵਾਈ ਪਿਆਈ ਜਾਂਦੀ ਆ ਤੇ ਉਹਨੂੰ ਗਰੜ ਦਵਾਈ ਕਹਿੰਦੇ ਨੇ। ਸੋ ਉਹ ਪਿਆਈ ਜਾਂਦੀ, ਜੋ ਕੋਈ ਚੂਸ ਲੈਂਦਾ ਤੇ ਉਸ 'ਤੇ ਸੱਪ ਦੀ ਜ਼ਹਿਰ ਦਾ ਅਸਰ ਨਹੀਂ ਹੁੰਦਾ, ਜਾਂ ਜ਼ਹਿਰ ਗਈ ਵੀ ਅੰਦਰ ਆ ਤੇ ਉਸ ਦਵਾਈ ਨਾਲ ਜ਼ਹਿਰ ਦਾ ਨਸ਼ਾ ਉਤਰ ਜਾਂਦਾ, ਪ੍ਰਭਾਵ ਖਤਮ ਹੋ ਜਾਂਦਾ। ਘਸ ਗਰੜ ਸ਼ਬਦ ਮੁਖ ਲੀਠਾ, ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਉਪਦੇਸ਼ ਹੈ, ਇਹ ਉਹ ਦਵਾਈ ਹੈ ਸੱਪ ਦੀ ਜ਼ਹਿਰ ਨੂੰ ਉਤਾਰਨ ਵਾਲੀ। ਮੁਖ ਲੀਠਾ ਚੂਸ ਲਈਏ, ਜੇ ਮੁਖ ਵਿੱਚ ਪਾ ਕੇ ਲੀਠਾ ਚੂਸ ਲਈ, ਜਿਨ੍ਹਾਂ ਨੇ ਵੀ ਚੂਸ ਲਈ, ਸੋ ਇਸ ਪ੍ਰਕਾਰ ਉਹਨਾਂ ਦੇ ਅੰਦਰੋਂ ਗੁਰੂ ਦੇ ਸ਼ਬਦ ਰਾਜ ਰੂਪ ਦਵਾਈ ਜਿਨ੍ਹਾਂ ਨੇ ਚੂਸ ਲਈ, ਇਹ ਉਹਨਾਂ ਵਾਸਤੇ ਗਾਰੜੂ ਮੰਤਰ ਬਣੀ। ਗੁਰੂ ਦਾ ਸ਼ਬਦ ਵੀ ਗਾਰੜੂ ਮੰਤਰ ਹੈ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਨੂੰ ਉਤਾਰਨ ਲਈ, ਤੇ ਦਵਾਈ ਵੀ ਗੁਰੂ ਦਾ ਸ਼ਬਦ ਹੈ ਜਿਸ ਰਾਹੀਂ ਜ਼ਹਿਰ ਦਾ ਪ੍ਰਭਾਵ ਖਤਮ ਹੁੰਦਾ ਹੈ। ਜਨ ਨਾਨਕ ਗੁਰ ਕੇ ਲਾਲੇ ਗੋਲੇ, ਲਗ ਸੰਗਤ ਕਰੂਆ ਮੀਠਾ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਅਸੀਂ ਜਨ ਜਾਂ ਜਿਹੜੇ ਵੀ ਜਨ ਸੇਵਕ ਗੁਰੂ ਮਹਾਰਾਜ ਦੇ ਲਾਲੇ ਗੋਲੇ, ਮੁੱਲ ਖਰੀਦੇ ਹੋਏ ਗੁਲਾਮ ਬਣ ਗਏ, ਨੌਕਰ ਚਾਕਰ ਬਣ ਗਏ, ਗੁਲਾਮ ਬਣ ਗਏ। ਲਗ ਸੰਗਤ ਕਰੂਆ ਮੀਠਾ, ਸੰਗਤ ਵਿੱਚ ਜੁੜਨ ਕਰਕੇ ਜਿਹੜਾ ਕਰੂਆ ਕੌੜਾ ਸੀ ਨਾ ਜ਼ਹਿਰ, ਉਹ ਮਿੱਠੇ ਦੇ ਰੂਪ 'ਚ ਬਦਲ ਗਿਆ। ਸੋ ਜਿਹੜੇ ਵਿਸ਼ੇ ਵਿਕਾਰ ਹਨ, ਜਿਵੇਂ ਕਾਮ ਹੈ, ਇਹ ਕਾਮਨਾ ਬਣ ਗਈ, ਪਰਮਾਤਮਾ ਦੇ ਮਿਲਾਪ ਦੀ ਇੱਛਾ ਬਣ ਗਈ। ਤੇ ਕ੍ਰੋਧ ਬਣ ਗਿਆ ਵੀਰ ਰਸ, ਜ਼ੁਲਮ ਦੇ ਖਿਲਾਫ ਲੜਨ ਲਈ, ਬੁਰਾਈ ਦੇ ਖਿਲਾਫ ਲੜਨ ਲਈ। ਤੇ ਮੋਹ ਪ੍ਰੇਮ ਬਣ ਗਿਆ ਵਾਹਿਗੁਰੂ ਦੇ ਚਰਨਾਂ ਨਾਲ। ਤੇ ਲੋਭ ਮੁਕਤੀ ਆਦਿਕ ਦੀ ਇੱਛਾ, ਜਾਂ ਇਸੇ ਤਰ੍ਹਾਂ ਮੋਹ ਨੂੰ ਵਿਵੇਕ ਨਾਲ ਜਿੱਤ ਲਿਆ, ਲੋਭ ਨੂੰ ਸੰਤੋਖ ਧਾਰ ਕੇ ਜਿੱਤ ਲਿਆ। ਤੇ ਹੰਕਾਰ ਨਿਮਰਤਾ ਗਰੀਬੀ ਆ ਗਈ ਤੇ ਹੰਕਾਰ ਬਦਲ ਗਿਆ, ਨਹੀਂ ਰਿਹਾ। ਗੁਰੂ ਤੇ ਮਾਣ ਹੋ ਗਿਆ ਪਰ ਆਪਣੇ ਆਪ ਤੇ ਮਾਣ ਨਾ ਰਿਹਾ। ਇਸ ਤਰ੍ਹਾਂ ਜਿਹੜੀਆਂ ਕੜਵੀਆਂ ਚੀਜ਼ਾਂ ਸੀ, ਕੌੜੀਆਂ, ਉਹ ਮਿੱਠੀਆਂ ਬਣ ਗਈਆਂ। ਲਗ ਸੰਗਤ ਕਰੂਆ ਮੀਠਾ, ਸੰਗਤ ਦੇ ਨਾਲ, ਗੁਰੂ ਦੀ ਸੰਗਤ ਨਾਲ ਜੁੜ ਕੇ ਤੇ ਕਰੂਆ ਜਿਹੜੇ ਕੌੜੇ ਸੀ, ਇਹ ਜ਼ਹਿਰਵਤ ਵਿਕਾਰ, ਇਹ ਮਿੱਠੇ ਦੇ ਰੂਪ ਵਿੱਚ ਬਦਲ ਗਏ। ਗੌੜੀ ਪੂਰਬੀ ਮਹੱਲਾ ਚੌਥਾ। ਹਿਰਦਾ ਜਿਹੜਾ ਕੌੜਾ ਸੀ ਉਹ ਵੀ ਮਿੱਠਾ ਹੋ ਗਿਆ ਪਰਮੇਸ਼ਰ ਦੇ ਨਾਮ ਨਾਲ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਗੌੜੀ ਰਾਗਣੀ ਦੀ ਪੂਰਬੀ ਵੰਨਗੀ ਅੰਦਰ ਸਤਿਗੁਰੂ ਰਾਮਦਾਸ ਮਹਾਰਾਜ ਫਿਰ ਅਗਲਾ ਸ਼ਬਦ ਉਚਾਰਦੇ ਹਨ। ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੈ ਆਗੈ। ਹਰੀ ਦੁੱਖਾਂ ਦਾ ਹਾਰਕ, ਹਰੀ ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਾ ਜੋ ਵਾਹਿਗੁਰੂ ਹੈ ਨਾ, ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਦੇ ਅਰਥ ਪ੍ਰਯੋਜਨ ਲਈ, ਹਰੀ ਦੇ ਅਰਥ, ਹਰੀ ਦੀ ਪ੍ਰਾਪਤੀ ਵਾਸਤੇ ਸਰੀਰ ਹਮ ਵੇਚਿਆ, ਪੂਰੇ ਗੁਰ ਕੈ ਆਗੈ। ਅਸੀਂ ਆਪਣਾ ਸਰੀਰ ਪੂਰੇ ਸਤਿਗੁਰੂ ਦੇ ਅੱਗੇ ਵੇਚ ਦਿੱਤਾ, ਇਹਦੀ ਵਿਕਰੀ ਕਰ ਦਿੱਤੀ। ਭਾਵ ਆਪਣਾ ਤਨ ਮਨ ਧਨ ਸਤਿਗੁਰੂ ਮਹਾਰਾਜ ਨੂੰ ਅਰਪਣ ਕੀਤਾ ਕਿ ਮਹਾਰਾਜ ਸਾਨੂੰ ਪ੍ਰਭੂ ਮਿਲਾਓ, ਅਕਾਲ ਪੁਰਖ ਦਾ ਗਿਆਨ ਬਖਸ਼ੋ। ਹੈ ਤਾਂ ਸਤਿਗੁਰੂ ਅਕਾਲ ਪੁਰਖ ਸਰੂਪ, ਸਰਗੁਣ ਰੂਪ, ਮਤਲਬ ਕਿ ਜਿਹੜਾ ਤੁਹਾਡਾ ਸਰੂਪ ਘਟ ਘਟ ਵਿੱਚ ਵਿਆਪਕ ਹੈ, ਐਸੇ ਸਰੂਪ ਦਾ ਸਾਨੂੰ ਗਿਆਨ ਪ੍ਰਾਪਤ ਕਰਾ ਦਿਓ। ਸਤਿਗੁਰੂ ਦਾਤਾ ਨਾਮ ਦਿੜਾਇਆ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਨ ਨਾਮ ਦੇ ਦਾਤੇ। ਐਸੇ ਦਾਤੇ ਸਤਿਗੁਰਾਂ ਨੇ ਪਰਮਾਤਮਾ ਦਾ ਮਿਲਾਪ ਕਰਾਉਣ ਵਾਸਤੇ ਜਿਹੜੀ ਕੜੀ ਹੈ ਨਾ, ਉਹ ਹੈ ਨਾਮ। ਸਾਨੂੰ ਵਾਹਿਗੁਰੂ ਜੀ ਦਾ ਨਾਮ ਹਿਰਦੇ 'ਚ ਪ੍ਰਪੱਕ ਕਰਾਤਾ, ਦ੍ਰਿੜ ਕਰਾਤਾ। ਮੁਖ ਮਸਤਕ ਭਾਗ ਸੁਭਾਗੇ, ਸਾਡੇ ਮੂੰਹ ਮੱਥੇ ਤੇ ਭਾਗਾਂ ਵਿੱਚੋਂ ਸ਼੍ਰੋਮਣੀ ਭਾਗ ਜਾਗ ਪਏ, ਸਾਡੇ ਭਾਗ ਸਵੱਲੇ ਹੋ ਗਏ। ਮਹਾਨ ਬਣਾਉਣ ਤੇ ਭਾਗ ਸਾਡੇ ਸਤਿਗੁਰਾਂ ਨੇ। ਰਾਮ ਗੁਰਮਤਿ ਹਰ ਲਿਵ ਲਾਗੇ, ਹੇ ਰਾਮ ਹੇ ਭਾਈ ਅਥਵਾ ਹੇ ਰਾਮ ਰਮੇ ਹੋਏ ਪਰਮਾਤਮਾ ਜੀ, ਗੁਰਮਤਿ ਗੁਰੂ ਦੀ ਮੱਤ ਸਿੱਖਿਆ ਦੁਆਰਾ ਹੀ
ਹਰੀ ਪ੍ਰਮਾਤਮਾ ਦੀ ਲਿਵ ਵਿੱਚ ਅਸੀਂ ਲੱਗ ਗਏ ਹਾਂ। ਲਗਨ ਜਿਹੜੀ ਹਰੀ ਵਾਹਿਗੁਰੂ ਦੀ ਉਹਦੇ ਵਿੱਚ ਅਸੀਂ ਲੱਗ ਚੁੱਕੇ ਹਾਂ। ਸਾਨੂੰ ਵਾਹਿਗੁਰੂ ਦੇ ਪ੍ਰੇਮ ਦੀ ਲਗਨ ਲੱਗ ਚੁੱਕੀ ਹੈ। ਰਹਾਓ, ਘਟ ਘਟ ਰਮਈਆ ਰਮਤ ਰਾਮ ਰਾਏ। ਜੋ ਰਮਈਆ ਰਮਿਆ ਹੋਇਆ ਪਰਮਾਤਮਾ ਹੈ, ਰਮਤ ਵਿਆਪਕ ਹੋ ਰਿਹਾ ਹੈ। ਰਾਮ ਵਿਰਾਟ ਸਰੂਪ ਹੈ, ਰਾਏ ਰਾਜਾ ਰੂਪ ਹੈ। ਵਾਹਿਗੁਰੂ ਉਹ ਘਟ ਘਟ ਵਿੱਚ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਵਾਹਿਗੁਰੂ ਦੀ ਜੋਤ ਸਾਰੇ ਸਰੀਰਾਂ ਅੰਦਰ ਹੈ। ਗੁਰ ਸ਼ਬਦ ਗੁਰੂ ਲਿਵ ਲਾਗੇ। ਅਸੀਂ ਜਿਹੜੇ ਸਤਿਗੁਰੂ ਹਨ ਨਾ ਪੂਜਨੀਕ, ਉਹਨਾਂ ਦੇ ਸ਼ਬਦ ਰਾਹੀਂ ਅਥਵਾ ਗੁਰੂ ਦੇ ਸ਼ਬਦ ਰਾਹੀਂ, ਗੁਰੂ ਜੋ ਵੱਡਾ ਪਰਮਾਤਮਾ ਸਭ ਤੋਂ, ਉਸ ਦੀ ਲਿਵ ਵਿੱਚ ਲੱਗ ਗਏ ਹਾਂ। ਹਉ ਮਨ ਤਨ ਦੇਵੋ ਕਾਟ ਗੁਰੂ ਕੋ, ਮੇਰਾ ਭਰਮ ਭਉ ਗੁਰਬਚਨੀ ਭਾਗੇ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਜਿਵੇਂ ਬਚਨ ਹਨ। ਜਿਵੇਂ ਭਾਈ ਗੁਰਦਾਸ ਜੀ ਨੇ ਅਤ ਸ਼ਰਧਾ ਚਾਹ ਕੇ ਬਚਨ ਕੀਤੇ ਨੇ, ਵਾਹਿਗੁਰੂ ਦੇ ਨਾਲ ਮੁਹੱਬਤ ਪ੍ਰੇਮ ਸਤਿਗੁਰੂ ਦੀ ਬਖਸ਼ਿਸ਼ ਹਾਸਲ ਕਰਨ ਲਈ ਕਹਿੰਦੇ, ਮੇਰੇ ਮਨ 'ਚ ਸ਼ਰਧਾ ਜਾਗੀ ਹੈ ਕਿ ਨਾਖ ਸਿੱਖ ਲਓ ਸਗਲ ਅੰਗ, ਰੋਮ ਰੋਮ ਕਾਟ ਕਾਟ ਸਿੱਖਣ ਕੈ ਚਰਨਨ ਪੈ ਵਾਰੀ। ਕਹਿੰਦੇ ਮੇਰੇ ਮਨ ਅੰਦਰ ਇਹ ਸ਼ਰਧਾ ਹੈ, ਭਾਵਨਾ ਬਣੀ ਹੈ ਕਿ ਨਾਖ ਪੈਰ ਦੇ ਨਹੁੰ ਤੋਂ ਲੈ ਕੇ ਸਿੱਖ ਸਿਖਾ ਚੋਟੀ, ਜਿਹੜਾ ਸਿਰ ਹੈ ਮੇਰਾ, ਇੱਥੋਂ ਤੱਕ ਸਾਰੇ ਸਰੀਰ ਦੇ ਅੰਗ ਰੋਮ ਰੋਮ ਕੱਟ ਕੱਟ ਕੇ ਟੁਕੜੇ ਟੁਕੜੇ ਕਰਕੇ ਗੁਰੂ ਦੇ ਸਿੱਖਾਂ ਦੇ ਚਰਨਾਂ ਤੋਂ ਕੁਰਬਾਨ ਕਰ ਦਿਆਂ। ਕਹਿੰਦੇ ਜੀ ਕਿਵੇਂ ਕੁਰਬਾਨ ਕਰੋਗੇ? ਕਹਿੰਦੇ ਅਗਨ ਜਲਾਏ। ਇਹ ਸਰੀਰ ਦੇ ਟੁਕੜੇ ਟੁਕੜੇ ਕੀਤੇ, ਕੱਟ ਵੱਢ ਕੇ ਫਿਰ ਇਹਨੂੰ ਅੱਗ ਵਿੱਚ ਪਾ ਕੇ ਸਾੜਾ। ਅਗਨ ਜਲਾਏ ਫੁਨ ਪੀਸਨ ਪੀਸਾਏ ਤਾਹੇ। ਫਿਰ ਉਸ ਖਾਕ ਨੂੰ, ਸੜੇ ਸਰੀਰ ਨੂੰ ਚੱਕੀ 'ਚ ਪਾ ਕੇ ਪੀਹ ਦਿਆਂ, ਬਰੀਕ ਜਿਹੀ ਖਾਕ ਬਣਾ ਦੇ। ਲੈ ਉੱਡੈ ਪਵਨ ਹੋਏ ਅਨੇਕ ਪ੍ਰਕਾਰੀ ਹੈ। ਅਨੇਕਾਂ ਦਿਸ਼ਾਵਾਂ ਨੂੰ ਜਾਂਦੀ ਹੋਈ ਹਵਾ ਨੂੰ ਕਹਾਂਗਾ ਕਿ ਮੈਨੂੰ ਸਰੀਰ ਦੀ ਖਾਕ ਤੋਂ ਉਡਾ ਕੇ ਲੈ ਜਾ। ਜਾਹੂ ਜਾਹੂ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਕੈ ਭਸਮ ਕੋ ਡਾਰੀਏ। ਹਵਾ ਨੂੰ ਬੇਨਤੀ ਕਰਾਂਗਾ ਵੀ ਮੇਰੇ ਤੇ ਉਪਕਾਰ ਕਰ। ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਦੇ ਚਰਨਾਂ ਵੱਲ ਨੂੰ ਜਿਨ੍ਹਾਂ ਗੁਰਸਿੱਖਾਂ ਨੇ ਤੁਰ ਕੇ ਜਾਣਾ, ਜਿਹੜਿਆਂ ਰਾਹਾਂ ਤੋਂ ਉਹਨਾਂ ਲੰਘਣਾ, ਉਹਨਾਂ ਰਸਤਿਆਂ ਦੇ ਉੱਪਰ ਮੇਰੇ ਸਰੀਰ ਦੀ ਖਾਕ ਵਿਛਾ ਦੇਈ ਇਹ ਹਵਾ। ਤਾਹੂ ਤਾਹੂ ਮਾਰਗ ਕੈ ਭਸਮ ਕੋ ਡਾਰੀਏ। ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹਿ, ਦਇਆ ਕੈ ਦਇਆਲ ਮੋਹਿ ਪਤ ਤੋਂ ਉਧਾਰੀ ਹੈ। ਹੋ ਸਕਦਾ ਹੈ ਕਿ ਉਹਨਾਂ ਗੁਰਸਿੱਖਾਂ ਦੇ ਚਰਨੀ ਜਿਹੜੇ ਜੋੜੇ ਪਏ ਹੋਏ ਨੇ, ਉਹ ਜਦੋਂ ਉੱਪਰ ਦੀ ਲੰਘਣਗੇ ਤੇ ਜੋੜਿਆਂ ਨਾਲ ਲੱਗ ਲੱਗ ਕੇ ਮੇਰੇ ਸਰੀਰ ਦੀ ਖਾਕ ਗੁਰੂ ਚਰਨਾਂ, ਗੁਰੂ ਦੇ ਦਰਬਾਰ ਦੇ ਦਰਵਾਜ਼ੇ ਤੱਕ ਪਹੁੰਚ ਜਾਏਗੀ। ਉਹਨਾਂ ਦੇ ਚਰਨਾਂ ਦੀ ਬਦੌਲਤ ਹੋ ਸਕਦਾ ਮੇਰਾ ਵੀ ਗੁਰੂ ਚਰਨਾਂ ਨਾਲ ਪ੍ਰੇਮ ਬਣ ਜਾਏ, ਮੇਰੀ ਖਾਕ ਦਾ, ਤੇ ਸਤਿਗੁਰੂ ਮੇਰੇ ਤੇ ਦਇਆ ਮਇਆ ਕਰਨ, ਮੇਰੇ ਤੇ ਦਿਆਲੂ ਕਿਰਪਾਲੂ ਹੋ ਕੇ ਮੈਨੂੰ ਪਤਤ ਨੂੰ ਵੀ ਉਧਾਰ ਦੇਣਗੇ। ਮੇਰੇ ਪਤਤ ਵਰਗੇ ਜੀਵ ਦਾ, ਭ੍ਰਿਸ਼ਟ ਹੋਏ ਜੀਵ ਦਾ ਵੀ ਉਧਾਰ ਕਰ ਦੇਣਗੇ ਸਤਿਗੁਰੂ। ਸੋ ਇਹ ਹੈ ਉਤਕੰਠਾ, ਇਹ ਹੈ ਤੀਬਰ ਤਾਂਘ, ਇਹ ਹੈ ਭਾਵਨਾ, ਇਹ ਹੈ ਸ਼ਰਧਾ। ਸੋ ਇਸ ਪ੍ਰਕਾਰ ਜਦੋਂ ਤੀਬਰ ਤਾਂਘ ਬਣ ਜਾਂਦੀ, ਇੱਛਾ ਬਣ ਜਾਂਦੀ ਹੈ, ਤੇ ਉਦੋਂ ਇਸ ਪ੍ਰਕਾਰ ਦੀਆਂ ਬੇਨਤੀਆਂ ਅੰਦਰੋਂ ਨਿਕਲਦੀਆਂ ਹਨ ਕਿ ਮੈਂ ਚਾਹੁੰਦਾ ਮੈਂ ਮਨ ਤੇ ਤਨ ਆਪਣਾ ਦੋਵੇਂ ਕੱਟ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਭੇਟਾ ਕਰ ਦਿਆਂ। ਹਉ ਮਨ ਤਨ ਦੇਵੋ ਕਾਟ ਗੁਰੂ ਕੋ। ਕਿਸ ਵਾਸਤੇ? ਮੇਰਾ ਭਰਮ ਭਉ ਗੁਰਬਚਨੀ ਭਾਗੇ। ਮੇਰੇ ਮਨ ਅੰਦਰ ਜਿਹੜਾ ਭਰਮ ਬਣਿਆ, ਭਟਕਣਾ ਹੈ, ਭ੍ਰਾਂਤੀ ਹੈ, ਮੈਂ ਜਗਤ ਨੂੰ ਸੱਚਾ ਮੰਨਿਆ ਹੋਇਆ, ਇਹ ਭਰਮ ਤੇ ਭਉ ਜਿਹੜਾ ਡਰ ਹੈ ਮਰ ਜਾਣ ਦਾ, ਸਰੀਰ ਦੇ ਖਤਮ ਹੋਣ ਦਾ ਡਰ, ਤੇ ਹੋਰ ਅਨੇਕਾਂ ਡਰ ਦੁਨਿਆਵੀ, ਇਹ ਗੁਰੂ ਦੇ ਬਚਨਾਂ ਦੁਆਰਾ ਹੀ ਮੇਰੇ ਭਰਮ ਤੇ ਭਉ ਭੱਜ ਸਕਦੇ ਨੇ, ਦੂਰ ਹੋ ਸਕਦੇ ਨੇ। ਜਿਸ ਗੁਰੂ ਦੇ ਬਚਨਾਂ ਦੁਆਰਾ ਮੇਰਾ ਭਰਮ ਤੇ ਡਰ ਨਿਵਰਤ ਹੁੰਦਾ, ਐਸੇ ਗੁਰੂ ਮਹਾਰਾਜ ਨੂੰ ਮੈਂ ਆਪਣਾ ਮਨ ਤਨ ਕੱਟ ਕੇ ਭੇਟਾ ਕਰ ਦਿਆਂ। ਅੰਧਿਆਰੈ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਕਹਿੰਦੇ ਸਾਡਾ ਜਿਹੜਾ ਹਿਰਦਾ ਇਹ ਹਨੇਰਾ ਹੈ, ਇੱਥੇ ਹਨੇਰਾ ਹੀ ਹਨੇਰਾ ਗਿਆਨਤਾ ਦਾ ਛਾਇਆ ਹੋਇਆ। ਤੇ ਜਿਸ ਤਰ੍ਹਾਂ ਹਨੇਰੇ ਨੂੰ ਦੂਰ ਕਰਨ ਵਾਸਤੇ ਦੀਵਾ ਜਗਾਇਆ ਜਾਂਦਾ, ਰੌਸ਼ਨੀ ਕਰਨ ਵਾਸਤੇ, ਰੌਸ਼ਨੀ ਨਾਲ ਹਨੇਰਾ ਮਾਰਿਆ ਜਾਂਦਾ, ਨਹੀਂ ਰਹਿੰਦਾ। ਹਨੇਰੇ ਦਾ ਤੇ ਰੌਸ਼ਨੀ ਦਾ ਆਪਸ ਵਿੱਚ ਵਿਰੋਧ ਹੈ। ਸੋ ਅੰਧਿਆਰੇ ਦੀਪਕ ਚਾਹੀ ਹੈ,
ਇੱਕ ਬਸਤਾ ਗੋਚਰ ਲਹੀ ਹੈ। ਅੰਧਿਆਰਾ ਦੀਪਕ ਆਨ ਜਲਾਏ। ਜਿਹੜਾ ਗੁਰੂ ਹਨੇਰੀ ਕੋਠੜੀ, ਹਨੇਰੇ ਹਿਰਦੇ ਅੰਦਰ ਗਿਆਨ ਦਾ ਦੀਵਾ ਲਿਆ ਜਗਾਉਂਦਾ ਹੈ ਤਾਂ ਗੁਰ ਗਿਆਨ ਗੁਰੂ ਲਿਵਲਾ। ਉਸ ਗੁਰੂ ਦੇ ਬਖਸ਼ੇ ਗਿਆਨ ਦੁਆਰਾ ਗੁਰੂ ਮਹਾਰਾਜ ਜੋ ਪਰਮੇਸ਼ਰ ਸਰੂਪ ਹਨ, ਅਥਵਾ ਗੁਰੂ ਜੋ ਵੱਡਾ ਹੈ ਅਕਾਲ ਪੁਰਖ, ਉਸ ਦੀ ਲਿਵ ਵਿੱਚ ਜੀਵ ਲੱਗ ਜਾਂਦੇ ਨੇ। ਜਿਨ੍ਹਾਂ ਦੇ ਹਿਰਦਿਆਂ ਅੰਦਰ ਸੱਚੇ ਪਾਤਸ਼ਾਹ ਗਿਆਨ ਦਾ ਦੀਵਾ ਜਗਾ ਦਿੰਦੇ ਹਨ ਅਤੇ ਗੁਰੂ ਦੇ ਬਖਸ਼ੇ ਗਿਆਨ ਦੀ ਬਦੌਲਤ, ਉਸ ਦੇ ਪ੍ਰਭਾਵ ਨਾਲ, ਉਸ ਦੇ ਪ੍ਰਤਾਪ ਨਾਲ ਗੁਰੂ ਨਾਲ ਲਿਵ ਲੱਗ ਜਾਂਦੀ ਹੈ। ਪਰਮੇਸ਼ਰ ਕਹੋ ਗੁਰੂ ਕੋ ਇੱਕੋ ਗੱਲ। ਅਗਿਆਨ ਅੰਧੇਰਾ ਬਿਨਸ ਬਿਨਾਸਿਓ, ਘਰ ਵਸਤ ਲਹੀ ਮਨ ਜਾਗੇ। ਜਿਨ੍ਹਾਂ ਦੇ ਹਿਰਦੇ 'ਚ ਸਤਿਗੁਰੂ ਮਹਾਰਾਜ ਨੇ ਗਿਆਨ ਦਾ ਦੀਵਾ ਜਗਾ ਦਿੱਤਾ ਹੈ, ਉਹਨਾਂ ਦੇ ਹਿਰਦੇ 'ਚੋਂ ਅਗਿਆਨ ਰੂਪ ਹਨੇਰਾ ਬਿਨਸ ਬਿਨਾਸੇ ਚੰਗੀ ਤਰ੍ਹਾਂ ਖਤਮ ਹੋ ਗਿਆ, ਨਾਸ ਹੋ ਗਿਆ ਹੈ। ਘਰ ਵਸਤ ਲਹੀ ਮਨ ਜਾਗੇ। ਜਿਹੜਾ ਮਨ ਪਹਿਲਾਂ ਹਨੇਰੇ 'ਚ ਸੁੱਤਾ ਪਿਆ ਸੀ, ਇਹ ਮਾਇਆ ਦੇ ਹੱਲਿਆਂ ਵੱਲੋਂ ਜਾਗ ਪਿਆ, ਸੁਚੇਤ ਹੋ ਗਿਆ। ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ, ਗੁਲਤਾਨ ਹੋਇਆ ਮਨ ਜਾਗ ਪਿਆ ਹੈ ਅਤੇ ਜਾਗੇ ਹੋਏ ਮਨ ਨੇ ਹਨੇਰਾ ਦੂਰ ਹੋਣ ਕਰਕੇ ਘਰ ਵਿੱਚ ਹੀ ਜਿਹੜੀ ਵਸਤੂ ਸੀ ਆਤਮ ਗਿਆਨ, ਉਹ ਪ੍ਰਾਪਤ ਕਰ ਲਿਆ। ਆਤਮਿਕ ਸਰੂਪ ਦਾ ਆਨੰਦ, ਆਤਮਿਕ ਸੁਖ, ਉਹ ਵਸਤੂ ਲਹੀ ਪ੍ਰਾਪਤ ਕਰ ਲਈ ਹੈ। ਸਾਕਤ ਬੱਧਕ ਮਾਇਆ ਧਾਰੀ, ਤਿੰਨ ਜਮ ਜੋਹਨ ਲਾਗੇ। ਸਾਕਤ ਸ਼ਕਤੀ, ਮਾਇਆ ਦੇ ਨਾਲ ਜੁੜੇ ਹੋਏ ਜੀਵ, ਸੋ ਸ਼ਕਤੀ ਦੇ ਉਪਾਸ਼ਕ, ਨਾਸਤਕ, ਰੱਬ ਤੋਂ ਬੇਮੁਖ, ਰੱਬ ਨਾਲੋਂ ਟੁੱਟੇ ਹੋਏ। ਬੱਧਕ ਸ਼ਿਕਾਰੀ, ਵਿਕਾਰਾਂ ਦੇ ਸ਼ਿਕਾਰੀ। ਸੋ ਇਸ ਪ੍ਰਕਾਰ ਫੰਦਕ ਜਿਵੇਂ ਹੁੰਦੇ ਨੇ, ਜੀਆਂ ਨੂੰ ਫੰਦਗੀ ਲਾਉਣ ਵਾਲੇ, ਪਕੜਨ ਵਾਲੇ, ਫੰਦੇ ਪਾਉਣ ਵਾਲੇ। ਬੱਧਕ ਮਾਇਆ ਧਾਰੀ, ਅਤੇ ਮਨ ਵਿੱਚ ਮਾਇਆ ਹੀ ਮਾਇਆ ਧਾਰਨ ਕੀਤੀ ਜਿਨ੍ਹਾਂ ਨੇ। ਜਿੱਥੇ ਕਿਹਾ ਜਾਂਦਾ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬੋ ਰੋਲ ਕੁਚੋਲਾ। ਉੱਥੇ ਕੇਵਲ ਪੈਸੇ ਧੇਲੇ ਵਾਲਾ ਵਿਅਕਤੀ ਨਹੀਂ, ਜਿਸ ਨੇ ਮਨ ਵਿੱਚ ਮਾਇਆ ਧਾਰੀ ਹੋਈ ਹੈ, ਪਰਮਾਤਮਾ ਦਾ ਨਾਮ ਨਹੀਂ ਧਾਰਨ ਕੀਤਾ, ਮਾਇਆ ਨੂੰ ਧਾਰਨ ਕੀਤਾ। ਚਾਹੇ ਉਹ ਗਰੀਬ, ਚਾਹੇ ਅਮੀਰ, ਚਾਹੇ ਰਾਜਾ, ਚਾਹੇ ਕੰਗਾਲ। ਵਾਹਿਗੁਰੂ ਦੇ ਨਾਮ ਨੂੰ ਜਿਹਨੇ ਭੁਲਾਇਆ ਹੋਇਆ ਅਤੇ ਸਿਰਫ ਇਸ ਸੰਸਾਰ ਨੂੰ ਵੀ ਮਨ 'ਚ ਧਾਰਿਆ ਹੋਇਆ, ਉਹ ਮਾਇਆ ਧਾਰੀ ਹੈ। ਤਿੰਨ ਜਮ ਜੋਹਨ ਲੱਗ ਗਏ ਉਹਨਾਂ ਵਿਅਕਤੀਆਂ ਨੂੰ, ਜਾਂ ਉਸ ਵਿਅਕਤੀ ਨੂੰ ਜਿਹੜੇ ਜਮ ਨੇ ਧਰਮਰਾਜ ਦੇ ਦੂਤ, ਉਹ ਤੱਕਦੇ ਨੇ, ਚੰਗੀ ਤਰ੍ਹਾਂ ਤਾੜਦੇ ਪਏ ਨੇ। ਉਹਨਾਂ ਦੀ ਨਜ਼ਰ ਉਹਦੇ ਉੱਤੇ ਹੈ ਲੱਗੀ ਹੋਈ। ਉਹਨੂੰ ਸਤਿਗੁਰ ਆਗਿਆ ਸੀਸ ਨਾ ਵੇਚਿਆ। ਉਹਨਾਂ ਨੇ ਜਾਂ ਉਸ ਵਿਅਕਤੀ ਨੇ ਜਿਹੜਾ ਸਾਕਤ ਹੈ, ਬੱਧਕ ਮਾਇਆ ਧਾਰੀ ਹੈ, ਉਸਨੇ ਸਤਿਗੁਰੂ ਦੇ ਅੱਗੇ ਆਪਣਾ ਸੀਸ, ਹੰਕਾਰ ਦਾ ਸਿਰ ਵੱਢ ਕੇ ਪਾਓ, ਹੰਕਾਰ ਦਾ ਸਿਰ ਵੱਢ ਕੇ ਭੇਟਾ ਕਰ ਦੇਣਾ। ਉਹਨੇ ਸਤਿਗੁਰੂ ਦੇ ਅੱਗੇ ਆਪਣਾ ਸੀਸ, ਸਿਰ ਨਹੀਂ ਵੇਚਿਆ ਹੈ, ਕਿਉਂਕਿ ਮਨ ਵੇਚਿਆ ਸਤਿਗੁਰੂ ਕੈ ਪਾਸ, ਤਿਸ ਸਿਵ ਕੇ ਕਾਰਜ ਰਾਸ। ਅਸੀਂ ਮੱਥਾ ਟੇਕਦੇ ਹਾਂ, ਪਰ ਇਸ ਮਨ ਦੀ, ਦਿਮਾਗ ਦੀ ਜਿਹੜੀ ਚਤੁਰਾਈ ਮੱਤ ਆ, ਉਹ ਵੀ ਨਾਲ ਚੁੱਕ ਕੇ ਲੈ ਜਾਂਦੇ। ਸਤਿਗੁਰੂ ਅੱਗੇ ਮਨ ਦੀ ਮੱਤ ਭੇਟਾ ਨਹੀਂ ਕਰਦੇ। ਉਹ ਆਵਹਿ ਜਾਹੇ ਅਭਾਗੇ। ਉਹ ਜੀਵ, ਉਹ ਮਨੁੱਖ ਅਭਾਗੇ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਅੱਗੇ ਆਪਣਾ ਸੀਸ ਨਹੀਂ ਵੇਚਿਆ, ਭੇਟਾ ਨਹੀਂ ਕੀਤਾ। ਉਹ ਆਉਂਦੇ ਜਾਂਦੇ ਹਨ, ਕਿਉਂਕਿ ਭਾਗ ਨਹੀਂ ਸਵੱਲੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ 10 ਜਾਮੇ ਧਾਰਨ ਕੀਤੇ, ਕੋਈ ਕਿਸੇ ਨਾਲ ਵਿਤਕਰਾ ਥੋੜ੍ਹਾ ਕੀਤਾ, ਸਭ ਵਾਸਤੇ ਹੀ ਸਨ ਸਤਿਗੁਰੂ ਮਹਾਰਾਜ। ਹੁਣ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਨੇ, ਪਰ ਜਿਨ੍ਹਾਂ ਦੇ ਭਾਗ ਸਵੱਲੇ ਨਹੀਂ, ਉਹ ਸਤਿਗੁਰੂ ਮਹਾਰਾਜ ਦੇ ਆਖੇ ਨਹੀਂ ਲੱਗਦੇ। ਆਪਣੀ ਮੱਤ ਅਸੀਂ ਨਹੀਂ ਛੱਡਦੇ, ਗੁਰੂ ਦੀ ਮੱਤ ਧਾਰਨ ਨਹੀਂ ਕਰਦੇ, ਸੀਸ ਨਹੀਂ ਵੇਚਿਆ। ਇਸ ਕਰਕੇ ਅਭਾਗੇ ਹਨ ਜੀਵ, ਅਤੇ ਆਉਂਦੇ ਜਾਂਦੇ ਨੇ। ਜੰਮਣਾ ਮਰਨਾ, ਆਉਣਾ ਜਾਣਾ, ਇਹਦੇ 'ਚ ਪਏ ਰਹਿੰਦੇ ਨੇ। ਹਮਰਾ ਬਿਨੋ ਸੁਨੋ ਪ੍ਰਭ ਠਾਕੁਰ, ਹਮ ਸ਼ਰਨ ਪ੍ਰਭੂ ਹਰ ਮਾਗੇ। ਹੇ ਵਾਹਿਗੁਰੂ ਜੀ, ਹੇ ਪ੍ਰਭੂ ਰੱਖਿਅਕ ਸਰੂਪ, ਠਾਕੁਰ ਮਾਲਕ ਵਾਹਿਗੁਰੂ ਜੀ, ਸਾਡੀ ਇੱਕ ਬੇਨਤੀ ਹੈ, ਉਹ ਕਿਰਪਾ ਕਰਕੇ ਆਪ ਸੁਣੋਗੇ। ਸਾਡੀ ਬੇਨਤੀ ਸੁਣੋ ਸੱਚੇ ਪਾਤਸ਼ਾਹ। ਹਮ ਸ਼ਰਨ ਪ੍ਰਭੂ ਹਰ ਮੰਗੇ। ਹੇ ਹਰੀ ਜੀ, ਹੇ ਪ੍ਰਭੂ ਜੀ, ਅਸੀਂ ਤੁਹਾਡੀ ਸ਼ਰਨ 'ਚ ਰਹਿਣਾ ਮੰਗਦੇ ਹਾਂ। ਅਸੀਂ ਤੁਹਾਡੇ ਤੋਂ ਦਾਤ ਮੰਗਦੇ ਹਾਂ। ਆਪਣੀ ਸ਼ਰਨ ਰਾਖ ਪ੍ਰਭ ਦਾਤੇ। ਆਪਣੀ ਸ਼ਰਨ ਵਿੱਚ ਸਾਨੂੰ ਰੱਖੋ ਸੱਚੇ ਪਾਤਸ਼ਾਹ ਜੀ, ਸ਼ਰਨ ਤੋਂ ਬਾਹਰ ਨਾ ਜਾਣ ਦਿਓ। ਸਾਨੂੰ ਆਪਣੀ ਸ਼ਰਨ ਵਿੱਚ ਲੈ ਲਓ, ਪ੍ਰਵਾਨ ਕਰ ਲਓ ਸੱਚੇ ਪਾਤਸ਼ਾਹ।
ਜਨ ਨਾਨਕ ਕੀ ਲੱਜ ਪਾਤ ਗੁਰੂ ਹੈ ਸਿਰ ਵੇਚਿਓ ਸਤਿਗੁਰ ਆਗੇ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਜਨ ਸੇਵਕ ਦੀ ਲੱਜ ਸ਼ਰਮ ਹਯਾ ਗੁਰੂ ਮਹਾਰਾਜ ਨੂੰ ਆ। ਮੇਰੀ ਪੱਤ ਮੇਰਾ ਗੁਰੂ ਹੈ, ਮੈਂ ਗੁਰੂ ਨਾਲ ਜੁੜਿਆ ਹੋਇਆ ਅਤੇ ਸਭ ਤੋਂ ਵੱਡੀ ਪੱਤ ਇੱਜ਼ਤ ਇਹ ਹੋਈ ਹੈ। ਸਭ ਤੋਂ ਵੱਡੀ ਇਹ ਲੱਜਾ, ਇਹ ਲਾਜ ਇਹੀ ਹੈ। ਮੇਰੀ ਸ਼ਰਮ ਹਯਾ, ਮੇਰੀ ਇੱਜ਼ਤ ਪੱਤ ਮੇਰਾ ਗੁਰੂ ਹੈ। ਸਿਰ ਵੇਚਿਓ ਸਤਿਗੁਰ ਆਗਿਆ, ਕਿਉਂਕਿ ਮੈਂ ਆਪਣਾ ਸਿਰ, ਆਪਣੇ ਦਿਮਾਗ ਦੀ ਸਿਰ ਦੀ ਚਤੁਰਾਈ ਸਾਰੀ, ਸਿਰ ਦੀ ਸਿਆਣਪ ਸਾਰੀ ਸਤਿਗੁਰੂ ਦੇ ਅੱਗੇ ਭੇਟਾ ਕਰ ਦਿੱਤੀ। ਇਹ ਹੈ ਸੀਸ ਵੇਚਣਾ, ਸਿਰ ਭੇਟਾ ਕਰਨਾ। ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਜੇ ਸਤਿਗੁਰੂ ਸੱਚੇ ਨੂੰ ਭਾਉਂਦਾ ਹੈ ਤਾਂ ਫਿਰ ਸੀਸ ਤੱਕ ਵੀ ਭੇਟਾ ਕਰ ਦਿਓ। ਉਂਝ ਸਤਿਗੁਰੂ ਨੂੰ ਸਾਡੇ ਸੀਸ ਦੀ ਲੋੜ ਨਹੀਂ ਹੈ। ਸਤਿਗੁਰੂ ਨੇ ਇਸ ਨਿਕੰਮੇ ਸਿਰ ਨੂੰ ਕੀ ਕਰਨਾ। ਭਾਈ ਦਇਆ ਰਾਮ ਜੀ ਨੇ ਇਹੀ ਕਿਹਾ ਸੀ, ਮਹਾਰਾਜ ਜਿਸ ਦਿਨ ਤੁਹਾਡੇ ਚਰਨਾਂ 'ਚ ਮੱਥਾ ਟੇਕਿਆ ਸੀ ਪਹਿਲੇ ਦਿਨ ਇਹ ਸੀਸ ਤੇ ਉਦਣ ਦਾ ਹੀ ਤੁਹਾਨੂੰ ਭੇਟਾ ਹੋ ਗਿਆ ਸੀ। ਸਿਰ ਨਵਾਉਣ ਦਾ ਮਤਲਬ ਇਹੋ ਹੀ ਹੈ, ਮੱਥਾ ਟੇਕਣ ਦਾ ਮਤਲਬ ਇਹੋ ਹੀ ਹੈ। ਪਰ ਮੈਂ ਨਿਕੰਮਾ ਆਪਣਾ ਸਿਰ ਸਮਝ ਕੇ ਬੈਠਾ ਰਿਹਾ, ਤੀਜੇ ਵਜਨ ਨਾਲ ਉੱਠਿਆ ਜੀ ਮੈਂ ਫਿਰ ਵੀ ਨਿਕੰਮਾ। ਜੇ ਸਿਰ ਦਿੱਤਿਆਂ ਭਾਈ ਮਨੀ ਸਿੰਘ ਦਾ ਸ਼ਹੀਦ ਬਿਲਾਸ ਲਿਖਿਆ ਗਿਆਨੀ ਗਰਜਾ ਸਿੰਘ ਨੇ ਮੇਰਾ ਖਿਆਲ, ਅਤੇ ਉਹਨਾਂ ਨੇ ਉਹਦੇ 'ਚ ਵਚਨ ਲਿਖਿਆ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੈ ਤੋ ਵੀ ਸਸਤਾ ਜਾਣ। ਭਾਈ ਮਨੀਸ਼ ਨੇ ਕਿਹਾ ਸੀ ਕਿ ਤਨ ਤੇ ਗੰਦਗੀ ਦੀ ਕੋਠੜੀ ਹੈ, ਇਹਦੇ 'ਚ ਕੋਈ ਚੰਗੀ ਚੀਜ਼ ਨਹੀਂ ਸਰੀਰ ਦੇ ਅੰਦਰ। ਬਿਸ਼ਟਾ ਅਸਤ ਰਖਤ ਪਰੇਟੇ ਚਾਮ, ਜਿਹਦਾ ਅਸੀਂ ਗੁਮਾਨ ਚੱਕੀ ਫਿਰਦੇ ਹਾਂ। ਹੱਡੀਆਂ ਦਾ ਪਿੰਜਰਾ ਵਿੱਚ ਨਾੜੀਆਂ, ਖੂਨ, ਮਿੱਝ, ਰੋਮ, ਥੁੱਕ, ਮਲ ਮੂਤਰ, ਵਿਸ਼ਟਾ ਤੇ ਉੱਪਰ ਚਮੜੀ ਦਾ ਪੋਚਾ ਜਿਹਾ ਫਿਰਿਆ ਹੋਇਆ। ਇਸ ਦਾ ਗੁਮਾਨ, ਇਹ 'ਚ ਗੁਮਾਨ ਵਾਲੀ ਤਾਂ ਚੀਜ਼ ਹੀ ਕੋਈ ਨਹੀਂ ਜਿਸ ਦਾ ਅਸੀਂ ਤਕੱਬਰ ਚੱਕਿਆ ਹੈ। ਅਤੇ ਇਸ ਪ੍ਰਕਾਰ ਕਹਿੰਦੇ ਇਹ ਤਾਂ ਗੰਦਗੀ ਦੀ ਕੋਠੜੀ ਹੈ। ਪਰ ਵਾਹਿਗੁਰੂ ਪਰਮਾਤਮਾ ਦਾ ਗਿਆਨ ਆਨੰਦ ਉਹ ਹੀਰਿਆਂ ਦੀ ਖਾਣ ਹੈ ਮਨ। ਅਤੇ ਜੇ ਸਿਰ ਭੇਟਾ ਕੀਤਿਆਂ, ਆਪਣਾ ਤਨ ਭੇਟਾ ਕੀਤਿਆਂ ਗੁਰੂ ਮਹਾਰਾਜ ਦੀ ਪ੍ਰਸੰਨਤਾ ਮਿਲ ਜੇ, ਹਰੀ ਮਿਲ ਪਏ, ਅਕਾਲ ਪੁਰਖ ਸਰੂਪ ਹੀ ਹਨ ਸਤਿਗੁਰੂ, ਤਾਂ ਵੀ ਸਸਤਾ ਹੀ ਸੌਦਾ ਹੈ ਜੇ ਸਤਿਗੁਰੂ ਸੀਸ ਪ੍ਰਵਾਨ ਕਰ ਲੈਣ ਤਾਂ। ਸੋ ਅਸੀਂ ਸਤਿਗੁਰੂ ਦੇ ਅੱਗੇ ਗੁਰੂ ਰਾਮਦਾਸ ਕਹਿੰਦੇ ਆਪਣਾ ਸਿਰ ਵੇਚ ਦਿੱਤਾ ਹੈ। ਗੌੜੀ ਪੂਰਬੀ ਮਹੱਲਾ ਚੌਥਾ। ਗੌੜੀ ਰਾਗਣੀ ਹੈ, ਇਸ ਦੀ ਵੰਨਗੀ ਪੂਰਬੀ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਬਚਨ ਫਰਮਾਉਂਦੇ ਹਨ, ਹਮ ਅਹੰਕਾਰੀ ਅਹੰਕਾਰ ਅਗਿਆਨ ਮਤ। ਸਾਡੇ ਵੱਲੋਂ ਇਹ ਬੇਨਤੀ ਹੈ, ਸਾਡੀ ਖਾਤਰ ਸਤਿਗੁਰੂ ਇਹ ਬਚਨ ਕਹਿ ਰਹੇ ਨੇ ਕਿ ਹਮ ਤਮਾਮ ਅਸੀਂ ਜੀਵ ਹੰਕਾਰੀ ਹਾਂ, ਅਹੰਕਾਰ ਅਗਿਆਨ ਮਤ। ਸਾਡੀ ਮਤ ਹੰਕਾਰ ਵਾਲੀ ਤੇ ਅਗਿਆਨ ਵਾਲੀ ਹੈ, ਜਾਂ ਹੰਕਾਰ ਤੇ ਅਗਿਆਨ ਵਿੱਚ ਅਸੀਂ ਮੱਤੇ ਹੋਏ ਹਾਂ। ਅਗਿਆਨ ਵਿੱਚ ਵੀ ਮਸਤ ਹਾਂ, ਬੜੇ ਰਸ ਵਿੱਚ ਹਾਂ ਵੀ ਬੜਾ ਵਧੀਆ ਸੰਸਾਰ ਹੈ, ਅਤੇ ਹੰਕਾਰ ਵੀ ਬੜਾ ਚੰਗਾ ਲੱਗਦਾ ਸਾਨੂੰ। ਸੋ ਇਸ ਪ੍ਰਕਾਰ ਮਤ ਸਾਡੀ ਹੰਕਾਰ ਵਾਲੀ ਤੇ ਅਗਿਆਨ ਵਾਲੀ ਹੈ। ਬੁੱਧੀ ਹੀ ਐਸੀ ਹੈ, ਵਿਸ਼ੇ ਵਿਸ਼ਾਣੀ ਬੁੱਧੀ ਹੈ। ਗੁਰ ਮਿਲਿਆ ਆਪ ਗਵਾਇਆ, ਉਂਝ ਹੀ ਨਹੀਂ ਹੰਕਾਰ ਬਿਨਸ ਜਾਂਦਾ। ਸਾਰਿਆਂ ਜੀਆਂ ਦੇ ਅੰਦਰ, ਮੇਰੇ ਪਿਤਾ ਜੀ ਕਈ ਵਾਰੀ ਇਹ ਮੇਰੇ ਨਾਲ ਗੱਲ ਕਰਿਆ ਕਰਦੇ ਸੀ ਕਿ ਬੇਟਾ ਜਦੋਂ ਪਰਮਾਤਮਾ ਨੇ ਇਸ ਬੰਦੇ ਨੂੰ ਮਾਤ ਲੋਕ 'ਤੇ ਭੇਜਿਆ ਅਤੇ ਇਹਦੇ ਕੰਨ ਵਿੱਚ ਰੱਬ ਨੇ ਇੱਕ ਫੂਕ ਮਾਰੀ ਹੈ ਕਿ ਤੂੰ ਸਭ ਤੋਂ ਉੱਤੇ ਆ, ਤੇਰੇ ਵਰਗਾ ਪਹਿਲਾਂ ਨਹੀਂ ਕੋਈ ਭੇਜਿਆ। ਇੱਕ ਤਰੀਕਾ ਹੈ ਇਸ ਬੰਦੇ ਦੇ ਹੰਕਾਰ ਦਾ। ਅਤੇ ਉਹ ਜਿਹੜੀ ਫੂਕ ਇਹਦੇ ਕੰਨ 'ਚ ਮਾਰੀ ਹੈ ਨਾ, ਯਾਨੀ ਅਹੰ ਬਿਰਤੀ ਇਹਨੂੰ ਕਹਿੰਦੇ ਨੇ। ਵਿਦਵਾਨ ਵੀ ਕਹਿੰਦੇ ਨੇ ਕਿ ਪਰਮਾਤਮਾ ਨੇ ਇਸ ਦੀ ਰਚਨਾ ਕਰਕੇ ਜੀਵਾਤਮਾ ਵਿੱਚ ਪਾ ਦਿੱਤੀ, ਪਰ ਨਾਲ ਅਹੰ ਬਿਰਤੀ ਪਾ ਦਿੱਤੀ ਕਿ ਮੈਂ ਹਾਂ ਕੁਛ, ਅਤੇ ਇਹ ਵੱਧਦੀ ਹੁਣ ਮੈਂ ਬਹੁਤ ਵੱਡਾ ਰੂਪ ਧਾਰਨ ਕਰ ਗਈ। ਸੋ ਇਸ ਪ੍ਰਕਾਰ ਸਾਰਿਆਂ ਜੀਆਂ ਦੇ ਅੰਦਰ ਹੰਕਾਰ ਹੈ। ਇਹ ਮਤ ਸਮਝੇ ਕੋਈ ਵੀ ਕਿਸੇ 'ਚ ਗੁਣ ਹੈ, ਵਿੱਦਿਆ ਹੈ, ਕਲਾ ਹੈ ਜਾਂ ਧਨ ਬਹੁਤ ਹੈ, ਅਤੇ ਉਹ ਹੀ ਹੰਕਾਰ ਕਰਦੇ ਨੇ। ਬਿਨਾਂ ਹੀ ਕਲਾ ਵਿੱਦਿਆ ਤੋਂ, ਧਨ ਤੋਂ ਬਗੈਰ ਵੀ ਗਰੀਬ ਲੋਕਾਂ ਦੇ ਅੰਦਰ ਵੀ ਹੰਕਾਰ ਹੈ। ਹੰਕਾਰ ਸਭ ਦੇ ਅੰਦਰ ਹੈ। ਇਹ ਸਿਰਫ ਭਗਤੀ ਕਰਕੇ ਹੀ ਮਰਿਆ ਜਿਨ੍ਹਾਂ ਦਾ ਮਰਿਆ। ਹੰਕਾਰ ਸਭ ਦੇ ਅੰਦਰ ਪਾਇਆ ਹੋਇਆ ਪਰਮਾਤਮਾ ਨੇ ਵੀ। ਇੱਕ ਮਾਨੋ ਪਰਚਾ ਹੀ ਹੈ, ਐਗਜ਼ਾਮ ਹੈ।
ਇਸ ਐਗਜ਼ਾਮ ਨੂੰ, ਇਸ ਪਰਚੇ ਨੂੰ, ਇਸ ਇਮਤਿਹਾਨ ਨੂੰ ਹੱਲ ਕਰਨਾ, ਇਹਦੇ 'ਚੋਂ ਪਾਸ ਹੋਣਾ। ਵਿਰਲੇ ਵਿਰਲੇ ਪਾਸ ਹੁੰਦੇ ਨੇ। ਜਦੋਂ ਤੱਕ ਨਹੀਂ ਪਾਸ ਹੁੰਦੇ ਉਦੋਂ ਤੱਕ ਇਸ ਚੱਕਰ 'ਚ ਪਏ ਰਵਾਂਗੇ। ਸੋ ਅਸੀਂ ਹੰਕਾਰੀ ਹਾਂ ਜੀ। ਹੰਕਾਰ ਤੇ ਅਗਿਆਨ ਵਾਲੀ ਸਾਡੀ ਮੱਤ ਹੈ। ਗੁਰ ਮਿਲਿਆ ਆਪ ਗਵਾਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਤਨੋ ਮਨੋ ਹੋ ਕੇ ਮਿਲ ਪਈਏ, ਸਤਿਗੁਰੂ ਦੇ ਮਿਲਣ ਦੁਆਰਾ ਗੁਰ ਮਿਲਿਆ, ਇੰਜ ਪਾਠ ਕਰਨਾ, ਮਿਲੀਆ ਨਹੀਂ, ਮਿਲਿਆ। ਸਤਿਗੁਰੂ ਦੇ ਮਿਲਣ ਦੁਆਰਾ, ਸਤਿਗੁਰੂ ਦੇ ਮਿਲਾਪ ਦੁਆਰਾ। ਤੇ ਮਿਲਣਾ ਕੇਵਲ ਸਰੀਰਕ ਤੌਰ 'ਤੇ ਮਿਲਣਾ ਨਹੀਂ। ਸਤਿਗੁਰੂ ਮਹਾਰਾਜ ਨੂੰ ਸੰਸਾਰੀ ਸਾਰੇ ਆ ਕੇ ਮਿਲਦੇ ਸੀ, ਜਿਨ੍ਹਾਂ ਦੇ ਅੰਦਰ ਚੰਗੀ ਭਾਵਨਾ ਹੀ ਨਹੀਂ ਸੀ, ਉਹ ਵੀ ਮਿਲਦੇ ਸਨ ਵਿਖਾਵੇ ਦੇ ਤੌਰ 'ਤੇ, ਮੱਥੇ ਵੀ ਟੇਕਦੇ ਸੀ। ਪਰ ਅੰਦਰ ਭਾਵਨਾ ਜਿਨ੍ਹਾਂ ਦੇ ਸਹੀ ਨਹੀਂ ਸੀ, ਉਹ ਸਤਿਗੁਰੂ ਨੂੰ ਮਿਲੇ ਹੋਏ ਨਹੀਂ। ਇੱਕ ਵਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿ ਮਿਲਿਆ ਮਿਲਿਆ ਨਾ ਮਿਲਿਆ, ਮਿਲਿਆ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲਿਆ, ਮਿਲਿਆ ਕਹੀਐ ਸੋਏ। ਇੰਝ ਜਿਹੜੇ ਮਿਲੇ ਹਨ, ਗੁਰੂ ਸਾਹਿਬ ਨੂੰ ਅੰਦਰੋਂ ਮਿਲਣ ਕਰਕੇ ਆਪਾ ਗਵਾ ਲਿਆ। ਮਿਲਣਾ ਹੁੰਦਾ ਕਿ ਸਤਿਗੁਰੂ ਦੀ ਮਰਜ਼ੀ ਅਨੁਸਾਰ ਹੀ ਫਿਰ ਆਪਣੀ ਮਰਜ਼ੀ ਹੋ ਗਈ। ਆਪਾ ਗਵਾ ਲਿਆ। ਆਪਾ ਨਹੀਂ ਰਿਹਾ ਵਿੱਚ, ਆਪਣੇ ਮਨ ਦੀ ਮੱਤ ਨਹੀਂ ਰਹੀ, ਆਪਣਾ ਹੰਕਾਰ ਨਹੀਂ ਰਿਹਾ, ਆਪਣਾ ਆਪ ਨਹੀਂ ਰਿਹਾ ਕਿ ਮੈਂ ਵੀ ਕੁਛ ਹਾਂ। ਜੀਵਤ ਭਾਵ ਤੋਂ ਮਰ ਜਾਣਾ, ਇਹ ਆਪਾ ਗਵਾਉਣਾ। ਹਉਮੈ ਰੋਗ ਗਿਆ ਸੁਖ ਪਾਇਆ, ਧੰਨ ਧੰਨ ਗੁਰੂ ਹਰਿ ਰਾਇਆ। ਕਹਿੰਦੇ ਧੰਨ ਹਨ ਸਤਿਗੁਰੂ, ਧੰਨ ਹਨ ਹਰੀ ਪ੍ਰਮਾਤਮਾ ਰਾਜਾ ਵਾਹਿਗੁਰੂ ਜੀ, ਜਾਂ ਹਰੀ ਰਾਜੇ ਦਾ ਰੂਪ। ਧੰਨ ਹਨ, ਪਿੱਛੇ ਵੀ ਸਤਿਗੁਰੂ ਜੀ ਧੰਨ ਸਨ, ਹੁਣ ਵੀ ਧੰਨ ਨੇ, ਹੁਣ ਵੀ ਧੰਨ ਹਨ, ਆਉਣ ਵਾਲੇ ਸਮੇਂ 'ਚ ਵੀ ਧੰਨ ਧੰਨ ਹੋਣਗੇ। ਭਾਵ ਸਲਾਹੁਣ ਯੋਗ ਸਤਿਗੁਰੂ ਹਨ। ਔਰ ਜਿਨ੍ਹਾਂ ਸਤਿਗੁਰਾਂ ਦੀ ਬਖਸ਼ਿਸ਼ ਨਾਲ ਹਉਮੈ ਰੋਗ ਗਿਆ ਸੁਖ ਪਾਇਆ। ਹੰਗਤਾ ਜਿਹੜਾ ਰੋਗ ਸੀ ਚੰਬੜਿਆ ਹੋਇਆ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸਾ, ਹਉ ਵਿੱਚ ਰੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤੋ ਪਾਇਆ। ਹੰਗਤਾ ਚੰਬੜੀ ਹੋਈ ਹੈ ਸਦਾ। ਹਉਮੈ ਦੀਰਘ ਰੋਗ ਹੈ। ਦੀਰਘ ਪੱਕਾ ਰੋਗ, ਡੂੰਘਾ ਰੋਗ, ਜੜ੍ਹਾਂ ਵਾਲਾ ਰੋਗ, ਜਿਵੇਂ ਜੜ੍ਹਾਂ ਵਾਲਾ ਫੋੜਾ ਹੁੰਦਾ, ਜਾਂ ਕੋੜ ਰੂਪ ਜਿਵੇਂ ਹੁੰਦਾ, ਕੋੜ ਦਾ ਰੋਗ। ਇਸ ਪ੍ਰਕਾਰ ਦਾ ਕਹਿੰਦੇ ਪੱਕਾ ਰੋਗ, ਕੋੜ ਦੇ ਰੋਗ ਨੂੰ ਪੱਕਾ ਰੋਗ ਕਹਿੰਦੇ ਨੇ, ਜਿਹੜਾ ਹਟਣਾ ਹੀ ਨਹੀਂ ਮਰਦੇ ਦਮ ਤੱਕ। ਇਸ ਪ੍ਰਕਾਰ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਜਿੱਥੇ ਹਉਮੈ ਦਾ ਰੋਗ ਵੱਸਦਾ, ਉੱਥੇ ਇਸ ਹਿਰਦੇ ਅੰਦਰ ਦਾਰੂ ਵੀ ਹੈ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਦਾ ਸ਼ਬਦ ਜੇ ਇਹ ਜੀਵ ਹਿਰਦੇ ਤਲ ਤੋਂ ਕਮਾਏ ਤੇ ਹਉਮੈ ਦਾ ਰੋਗ ਮਿਟ ਜਾਏਗਾ। ਸੋ ਹਜ਼ੂਰ ਕਹਿੰਦੇ ਨੇ ਹਉਮੈ ਰੋਗ ਗਿਆ ਸੁਖ ਪਾਇਆ। ਆਤਮਿਕ ਸੁਖ ਦੀ ਪ੍ਰਾਪਤੀ ਕੀਤੀ ਤੇ ਹੁਣ ਮੁਖ ਤੋਂ ਇਹ ਨਿਕਲਦਾ ਧੰਨ ਸਤਿਗੁਰੂ, ਧੰਨ ਹਰੀ ਰਾਜਾ ਰੂਪ ਪ੍ਰਮਾਤਮਾ। ਰਾਮ ਗੁਰ ਕੈ ਬਚਨ ਹਰ ਪਾਇਆ। ਰਾਮ ਹੈ ਭਾਈ, ਹੇ ਰਮੇ ਹੋਏ ਪ੍ਰਮਾਤਮਾ, ਹੇ ਹਰੀ ਜੀ, ਤੁਹਾਨੂੰ ਅਸੀਂ ਪਾਇਆ ਹੈ ਗੁਰੂ ਦੇ ਬਚਨ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਅਸੀਂ ਤੁਹਾਨੂੰ ਪ੍ਰਾਪਤ ਕੀਤਾ। ਹੇ ਭਾਈ, ਗੁਰੂ ਦੇ ਬਚਨ ਰਾਹੀਂ ਹਰੀ ਅਕਾਲ ਪੁਰਖ ਨੂੰ ਪਾਇਆ ਹੈ। ਰਹਾਓ ਮੇਰਾ ਹੀਰੈ ਪ੍ਰੀਤ ਰਾਮ ਰਾਏ ਕੀ, ਗੁਰਮਾਰਗ ਪੰਥ ਬਤਾਇਆ। ਜਦੋਂ ਪੂਰੇ ਸਤਿਗੁਰੂ ਦੇ ਤਾਈਂ ਮਨੋ ਤਨ ਹੋ ਕੇ ਮਿਲੇ, ਤਾਂ ਪੂਰਨ ਸਤਿਗੁਰੂ ਜੀ ਨੇ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਵਾਲਾ ਜਿਹੜਾ ਰਸਤਾ ਹੈ, ਉਸ ਮਾਰਗ ਪੰਥ ਦਾ ਪਤਾ ਦੱਸ ਦਿੱਤਾ। ਫੜ ਕੇ ਸੱਚੇ ਪਾਤਸ਼ਾਹ ਨੇ ਉਸ ਮਾਰਗ ਤੇ, ਉਸ ਪੰਥ ਰਸਤੇ ਤੇ ਸਾਨੂੰ ਪਾ ਦਿੱਤਾ। ਤੇ ਮੇਰੇ ਹਿਰਦੇ ਦੇ ਅੰਦਰ ਰਾਮ ਜੋ ਰਮਿਆ ਹੋਇਆ, ਰਾਏ ਰਾਜਾ ਰੂਪ ਵਾਹਿਗੁਰੂ ਸ੍ਰਿਸ਼ਟੀ ਦਾ ਮਾਲਕ, ਉਸ ਦੀ ਪ੍ਰੀਤ ਲੱਗ ਗਈ। ਸਤਿਗੁਰੂ ਦੀ ਬਖਸ਼ਿਸ਼ ਨਾਲ ਇਹ ਪ੍ਰੀਤ ਪੈਦਾ ਹੋਈ ਹੈ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਇਹ ਮੋਹਨ ਲਾਲ ਪਿਆਰੇ ਪ੍ਰਮਾਤਮਾ ਦੀ ਪ੍ਰੀਤ ਪੈਦਾ ਹੋਈ ਹੈ। ਮੇਰਾ ਜੀਓ ਪਿੰਡ ਸਭ ਸਤਿਗੁਰੇ ਆਗੈ, ਜਿਹਨੇ ਵਿਛੜਿਆ ਹਰ ਗਲ ਲਾਇਆ। ਜਿਨ੍ਹਾਂ ਸਤਿਗੁਰਾਂ ਨੇ ਮੈਨੂੰ ਪਰਮਾਤਮਾ ਤੋਂ ਵਿਛੜੇ ਹੋਏ ਨੂੰ ਹਰੀ ਦੇ ਗਲ ਨਾਲ ਲਾ ਦਿੱਤਾ। ਅਭੇਦ ਨਿਸ਼ਚਾ ਰੂਪੀ ਕੰਠ ਗਲੇ ਨਾਲ ਸਤਿਗੁਰਾਂ ਨੇ ਲਾ ਦਿੱਤਾ, ਜੋੜ ਦਿੱਤਾ। ਔਰ ਐਸੇ ਸਤਿਗੁਰੂ ਮਹਾਰਾਜ ਦੇ ਅੱਗੇ ਮੈਂ ਆਪਣਾ ਜੀਓ ਜਿੰਦ, ਆਪਣਾ ਜੀਵਾਤਮਾ, ਆਪਣਾ ਪਿੰਡ ਸਭ ਕੁਝ ਸਤਿਗੁਰੂ ਦੇ ਅੱਗੇ ਅਰਪਣ ਕਰ ਦਿੱਤਾ ਹੈ, ਭੇਟਾ ਰੱਖ ਦਿੱਤਾ। ਜਿਨ੍ਹਾਂ ਸਤਿਗੁਰਾਂ ਨੇ ਪਰਮਾਤਮਾ ਤੋਂ ਵਿਛੜੇ ਹੋਏ ਮੇਰੇ ਵਰਗੇ ਜੀਵ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ, ਅਭੇਦ ਨਿਸ਼ਚਾ ਕਰਾ ਦਿੱਤਾ। ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕੋ,
ਮੇਰੇ ਧੁਰ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਦਰਸ਼ਨ ਵੇਖਣ ਵਾਸਤੇ ਪ੍ਰੀਤ ਲੱਗੀ ਹੋਈ ਹੈ। ਗੁਰ ਹਿਰਦੇ ਨਾਲ ਦਿਖਾਇਆ, ਜਿਹੜਾ ਵਿੱਚ ਹੀ ਰਹਿੰਦਾ ਸੀ ਹਿਰਦੇ ਦੇ ਪਰਮਾਤਮਾ, ਪਰ ਪ੍ਰਤੀਤ ਨਹੀਂ ਸੀ, ਭਰੋਸਾ ਨਹੀਂ ਸੀ, ਮਿਲਾਪ ਨਹੀਂ ਸੀ। ਗੁਰੂ ਮਹਾਰਾਜ ਜੀ ਨੇ ਹਿਰਦੇ ਦੇ ਅੰਦਰ ਨਾਲ ਵਸਦਾ ਪਰਮਾਤਮਾ ਵਿਖਾ ਦਿੱਤਾ ਹੈ। ਜਦੋਂ ਤੱਕ ਮਿਲਾਪ ਨਹੀਂ ਸੀ ਤੇ ਵਾਹਿਗੁਰੂ ਦੀ ਪ੍ਰਾਪਤੀ ਦਾ ਸੁੱਖ ਨਹੀਂ ਸੀ। ਹੁਣ ਵਾਹਿਗੁਰੂ ਮਿਲਾ ਦਿੱਤਾ ਹੈ ਪੂਰੇ ਸਤਿਗੁਰੂ ਨੇ। ਸਹਿਜ ਆਨੰਦ ਭਇਆ ਮਨ ਮੋਰਾ। ਹੁਣ ਮੇਰੇ ਮਨ ਦੇ ਅੰਦਰ ਇੱਕ ਰਸ ਅਡੋਲਤਾ ਵਾਲੀ ਅਵਸਥਾ, ਵਾਹਿਗੁਰੂ ਦਾ ਗਿਆਨ ਤੇ ਆਨੰਦ ਪੈਦਾ ਹੋਇਆ। ਵਾਹਿਗੁਰੂ ਗਿਆਨ ਸਰੂਪ ਹੈ, ਵਾਹਿਗੁਰੂ ਆਨੰਦ ਸਰੂਪ ਹੈ, ਸਹਿਜ ਸ਼ਾਂਤੀ ਸਰੂਪ ਹੈ, ਅਡੋਲਤਾ ਵਾਲੀ ਅਵਸਥਾ ਵਿੱਚ ਹੈ ਵਾਹਿਗੁਰੂ। ਤੇ ਉਹ ਜੀਵ ਦਾ ਹਿਰਦਾ ਵੀ ਡੋਲ ਅਵਸਥਾ ਚਲਾ ਜਾਂਦਾ ਤੇ ਪ੍ਰਮਾਤਮਾ ਹੈ ਹੀ ਨਿਰਾ ਆਨੰਦ ਸਰੂਪ। ਇਸ ਕਰਕੇ ਉਹ ਜੀਵ, ਉਹ ਸੰਤ ਵੀ ਆਨੰਦ ਸਰੂਪ ਹੀ ਰਹਿੰਦਾ। ਔਰ ਗੁਰ ਆਗਿਆ ਆਪ ਵਿੱਚ ਆਇਆ, ਕਿਉਂਕਿ ਗੁਰੂ ਮਹਾਰਾਜ ਦੇ ਅੱਗੇ ਮੈਂ ਆਪਣਾ ਆਪਾ ਵੇਚ ਦਿੱਤਾ ਹੈ। ਹਮ ਅਪਰਾਧ ਪਾਪ ਬਹੁ ਕੀਨੇ। ਜੇ ਅਸੀਂ ਕਹੀਏ ਵੀ ਮਹਾਰਾਜ ਸਾਨੂੰ ਕਿਵੇਂ ਪ੍ਰਾਪਤੀ ਹੋਏ, ਤਾਂ ਸਤਿਗੁਰੂ ਕਹਿੰਦੇ ਨੇ ਕਿ ਇੰਜ ਬੇਨਤੀਆਂ ਕਰੋ, ਵੱਡੇ ਨਾ ਬਣ ਕੇ ਬੈਠੋ। ਜਦੋਂ ਤੱਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ ਉਦੋਂ ਤੱਕ ਅਸੀਂ ਤੁੱਛ ਹਾਂ, ਕੁਛ ਵੀ ਨਹੀਂ। ਜੋ ਮਰਜ਼ੀ ਕੀਤਾ, ਚੰਗਾ ਕੰਮ ਕੀਤਾ, ਜਿੰਨੇ ਮਰਜ਼ੀ ਕੀਤੇ, ਪਤਾ ਨਹੀਂ ਪ੍ਰਵਾਨ ਚੜ੍ਹੇ ਕਿ ਨਹੀਂ। ਜੇ ਪ੍ਰਵਾਨ ਚੜ੍ਹ ਗਏ ਹੁੰਦੇ ਤਾਂ ਵਾਹਿਗੁਰੂ ਦਾ ਮਿਲਾਪ ਹੋ ਜਾਣਾ ਸੀ। ਦਾ ਮਤਲਬ ਪਤਾ ਨਹੀਂ, ਜੇ ਕੁਛ ਨਹੀਂ ਸਾਡੇ ਕੋਲ। ਹਮ ਅਪਰਾਧ ਪਾਪ ਬਹੁ ਕੀਨੇ। ਤਾਂ ਹੀ ਵਿਛੋੜਾ ਮਹਾਰਾਜ ਸਾਡਾ ਪਿਆ ਹੋਇਆ। ਅਸੀਂ ਸਾਰਿਆਂ ਨੇ ਗੁਨਾਹ, ਅਪਰਾਧ ਤੇ ਵੱਡੇ ਵੱਡੇ ਪਾਪ ਬੜੇ ਅਸੀਂ ਕੀਤੇ ਹੋਏ ਨੇ। ਅਸੀਂ ਐਬ ਕਮਾਏ ਹੋਏ ਨੇ, ਅਸੀਂ ਬੜੇ ਪਾਪ ਕੀਤੇ ਹੋਏ ਨੇ। ਕਰ ਦੁਸ਼ਟੀ ਚੋਰ ਚੁਰਾਇਆ। ਮੈਂ ਦੁਸ਼ਟਪੁਣਾ ਕਰਕੇ ਤੇ ਇਸ ਤਰ੍ਹਾਂ ਚੁਰਾਉਂਦਾ ਹਾਂ ਜਿਵੇਂ ਕੋਈ ਚੋਰ ਆਪਣੀ ਚੋਰੀ ਕੀਤੀ ਨੂੰ ਛਪਾਉਂਦਾ। ਕਰ ਦੁਸ਼ਟੀ ਚੋਰ ਚੁਰਾਇਆ। ਚੋਰਾਂ ਵਾਂਗ ਆਪਣੀਆਂ ਦੁਸ਼ਟਤਾਈਆਂ, ਆਪਣੇ ਭੈੜੇ ਕੰਮ ਕਰਕੇ ਮੈਂ ਲੋਕਾਂ ਦੀਆਂ ਨਜ਼ਰਾਂ ਤੋਂ ਚੁਰਾ ਕੇ ਰੱਖਦਾ ਹਾਂ, ਛਪਾਉਂਦਾ ਹਾਂ। ਅਬ ਨਾਨਕ ਸਰਣਾਗਤ ਆਏ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਕਹੋ ਕਿ ਮਹਾਰਾਜ ਹੁਣ ਅਸੀਂ ਆਪ ਜੀ ਦੀ ਸ਼ਰਨ ਨੂੰ ਪ੍ਰਾਪਤ ਹੋਏ ਹਾਂ। ਆ ਕੇ ਤੁਹਾਡੀ ਸ਼ਰਨ ਨੂੰ ਗਤ ਪ੍ਰਾਪਤ ਹੋਏ ਆ ਕੇ। ਹਰ ਰੱਖੋ ਲਾਜ ਹਰ ਪਾਇਆ। ਹੇ ਹਰੀ ਜੀ, ਜੇ ਤੁਹਾਨੂੰ ਭਾ ਗਿਆ ਸਾਡਾ ਸ਼ਰਨ 'ਚ ਪੈਣਾ, ਜੇ ਚੰਗਾ ਲੱਗਦਾ ਹੈ, ਚੰਗਾ ਲੱਗ ਗਿਆ ਤੇ ਮਹਾਰਾਜ ਸਾਡੀ ਲੱਜਾ ਰੱਖ ਲਓ। ਸਾਡੀ ਦਾਦ ਫਰਿਆਦ ਹੁਣ ਤੁਹਾਡੇ ਚਰਨਾਂ ਵਿੱਚ ਹੈ। ਤੁਸੀਂ ਪੈਜ ਰੱਖ ਲਓ, ਲੱਜਾ ਤੁਹਾਨੂੰ ਹੀ ਹੈ। ਹੁਣ ਅਸੀਂ ਤੁਹਾਡੇ ਜੂ ਬਣ ਗਏ, ਤੁਹਾਡੀ ਸ਼ਰਨ 'ਚ ਆ ਗਏ। ਸਾਡਾ ਨਾਮ ਪੈ ਗਿਆ ਕਿ ਇਹ ਆਪ ਜੀ ਦੇ ਹਨ, ਤੁਹਾਡੀ ਸ਼ਰਨ 'ਚ ਪਏ ਹੋਏ ਆ। ਤੁਹਾਡਾ ਦਰ ਛੱਡ ਕੇ ਹੋਰ ਕਿਸੇ ਪਾਸੇ ਅਸੀਂ ਜਾਣਾ ਨਹੀਂ। ਤੇ ਜੇ ਭਾ ਗਿਆ ਤੁਹਾਨੂੰ ਐਸਾ ਸਾਡਾ ਸ਼ਰਨ ਪੈਣਾ, ਤਾਂ ਸਾਡੀ ਲਾਜ ਰੱਖ ਲਓ। ਗੌੜੀ ਪੂਰਬੀ ਮਹੱਲਾ ਚੌਥਾ। ਪੂਰਬੀ ਗੌੜੀ ਰਾਗਣੀ ਅੰਦਰ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਗੁਰਮਤਿ ਬਾਜੈ ਸ਼ਬਦ ਅਨਾਹਦ ਗੁਰਮਤਿ ਮਨੁਆ ਗਾਵੈ। ਜਿਨ੍ਹਾਂ ਨੇ ਗੁਰਾਂ ਦੀ ਮੱਤ ਸਿੱਖਿਆ ਧਾਰਨ ਕੀਤੀ ਹੈ, ਉਹਨਾਂ ਦੇ ਹਿਰਦੇ ਅੰਦਰ ਜਿਹੜਾ ਅਨਾਹਦ ਸ਼ਬਦ ਹੈ, ਅਨਹਦ ਹੱਦ ਤੋਂ ਰਹਿਤ, ਨਿਰਜਤਨ ਬੈਕੁੰਠੀ ਕੀਰਤਨ, ਗੁਰੂ ਦਾ ਸ਼ਬਦ, ਇਹ ਪ੍ਰਮਾਤਮਾ ਦੇ ਨਾਮ ਦਾ ਵਾਜਾ ਵੱਜਦਾ ਹੈ। ਦੂਜਾ ਅਰਥ ਹੈ ਸ਼ਬਦ ਬ੍ਰਹਮ, ਵਾਜਾ ਪ੍ਰਗਟ ਹੁੰਦਾ ਹੈ। ਅਨਾਹਦ ਜੋ ਹੱਦ ਤੋਂ ਰਹਿਤ ਵਾਹਿਗੁਰੂ, ਗੁਰੂ ਦੀ ਮੱਤ ਸਿੱਖਿਆ ਦੁਆਰਾ। ਗੁਰਮਤਿ ਮਨੁਆ ਗਾਵੈ। ਤੇ ਗੁਰੂ ਦੀ ਮੱਤ ਸਿੱਖਿਆ ਦੁਆਰਾ ਜਿਹੜਾ ਮਨ ਹੈ, ਇਹ ਉਸ ਵਾਹਿਗੁਰੂ ਪਰਮਾਤਮਾ ਦੇ ਜਸ ਨੂੰ ਗਾਉਂਦਾ ਹੈ। ਵੱਡ ਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਗੁਰੂ ਲਿਵ ਲਾਵੈ। ਵੱਡਿਆਂ ਭਾਗਾਂ ਵਾਲਿਆਂ ਨੇ ਸਤਿਗੁਰਾਂ ਦਾ ਦਰਸ਼ਨ ਪ੍ਰਾਪਤ ਕੀਤਾ ਹੈ। ਤੇ ਧੰਨ ਹਨ ਸਤਿਗੁਰੂ, ਧੰਨ ਹਨ ਸਤਿਗੁਰੂ ਜੋ ਸੇਵਕ ਦੀ ਲਿਵ, ਲਗਨ, ਸੁਰਤ ਦਾ ਪ੍ਰਵਾਹ ਤੇਲ ਦੀ ਧਾਰਾਵਤ ਵਾਹਿਗੁਰੂ ਨਾਲ ਜੋੜ ਦਿੰਦੇ ਨੇ। ਗੁਰਮੁਖ ਹਰ ਲਿਵ ਲਾਵੈ। ਜਿਹੜਾ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ, ਉਹ ਹਰੀ ਨਾਲ ਲਿਵ ਲਾ ਲੈਂਦਾ ਹੈ। ਰਹਾਓ। ਹਮਰਾ ਠਾਕੁਰ ਸਤਿਗੁਰ ਪੂਰਾ। ਜੋ ਸਾਡੇ ਮਾਲਕ ਹਨ ਉਹ ਪੂਰੇ ਸਤਿਗੁਰੂ ਹਨ। ਮਨ ਗੁਰ ਕੀ ਕਾਰ ਕਮਾਵੇ। ਤੇ ਮਨ ਹੁਣ ਸਤਿਗੁਰੂ ਦੀ ਦੱਸੀ ਕਾਰ ਕਮਾਉਂਦਾ ਹੈ। ਹਮ ਮਲਮਲ ਧੋਵਹਿ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ। ਅਸੀਂ ਹੁਣ ਮਲ ਮਲ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਨੂੰ ਧੋਂਦੇ ਹਾਂ, ਕਿਉਂਕਿ ਜਿਹੜਾ ਗੁਰੂ ਸਾਨੂੰ ਹਰੀ ਅਕਾਲ ਪੁਰਖ ਪਰਮਾਤਮਾ ਦੀ, ਉਹਦੇ ਜਸ ਦੀ, ਉਹਦੇ ਨਾਮ ਦੀ ਕਥਾ ਸੁਣਾਉਂਦਾ। ਜੋ ਹਰ ਪ੍ਰਭ ਕੀ ਹਮ ਕਥਾ ਸੁਣਾਵੇ, ਅੰਦਰ ਫਿਰੋਂ ਤਿਸ ਪਿਛੈ ਵਿਰਾਗੀ।
ਸੋ ਤੈਂ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਜੋ ਸਤਿਗੁਰੂ ਜੀ ਅਕਾਲ ਪੁਰਖ ਦੀ ਹੀ ਵਡਿਆਈ ਸੁਣਾਉਂਦੇ ਨੇ, ਪ੍ਰਮਾਤਮਾ ਦੀ ਗੱਲ ਹੀ ਸੁਣਾਉਂਦੇ ਨੇ, ਐਸੇ ਸਤਿਗੁਰਾਂ ਦੇ ਚਰਨ ਮਲ ਮਲ ਕੇ ਅਸੀਂ ਧੋਵਾਂਗੇ। ਹਿਰਦੈ ਗੁਰਮਤਿ ਰਾਮ ਰਸਾਇਣ, ਜਿਹਵਾ ਹਰ ਗੁਣ ਗਾਵੇ। ਗੁਰੂ ਦੀ ਮੱਤ ਸਿੱਖਿਆ ਰਾਹੀਂ, ਗੁਰੂ ਦੀ ਸਿੱਖਿਆ ਹਿਰਦੇ 'ਚ ਵਸੀ, ਇਸ ਕਰਕੇ ਜੋ ਰਾਮ ਪਰਮਾਤਮਾ ਦਾ ਨਾਮ ਹੈ, ਇਹ ਰਸਾਇਣ ਦਵਾਈ ਬਣ ਕੇ ਸਾਡੇ ਹਿਰਦੇ 'ਚ ਵਸਿਆ। ਜਿਵੇਂ ਸਰੀਰ 'ਚ ਦਵਾਈ ਜਾਏ ਤੇ ਰੋਗ ਦੂਰ ਹੁੰਦਾ ਨਾ, ਇਸ ਤਰ੍ਹਾਂ ਹਿਰਦੇ ਜਿਹੜੇ ਨਾਨਕ ਹਉਮੈ ਰੋਗ ਬੁਰੇ, ਜਿਹੜੇ ਹੰਗਤਾ ਮਮਤਾ ਆਦਿਕ ਦੇ ਰੋਗ ਬੁਰੇ ਚੰਬੜੇ ਸੀ ਹਿਰਦੇ 'ਚੋਂ, ਉਹ ਰਸਾਇਣ ਵਾਹਿਗੁਰੂ ਦੇ ਨਾਮ ਦੀ ਦਵਾਈ ਅੰਦਰ ਗਈ। ਤੇ ਜਿਹਵਾ ਹਰ ਗੁਣ ਗਾਵੇ। ਇਸ ਕਰਕੇ ਹੁਣ ਜਿੱਥੇ ਹਿਰਦਾ ਜਾਪ ਕਰਦਾ, ਸਿਮਰਨ ਕਰਦਾ ਵਾਹਿਗੁਰੂ ਦਾ, ਜੇਬਾ ਵੀ ਵਾਹਿਗੁਰੂ ਦੇ ਗੁਣ ਗਾਉਣ ਦਾ ਸੁਭਾਅ ਬਣਾ ਲਿਆ। ਰਸਨਾ ਵੀ ਪ੍ਰਮਾਤਮਾ ਦੇ ਹਰੀ ਦੇ ਹੀ ਗੁਣ ਗਾਉਂਦੀ ਹੈ। ਮਨ ਰਸਕ ਰਸਕ ਹਰ ਰਸ ਆਗਾਨੇ। ਮਨ ਰਸਕ ਪ੍ਰੇਮੀ ਬਣ ਕੇ, ਰਸ ਦੇ ਸਹਿਤ ਹੋ ਕੇ ਹਰੀ ਪਰਮਾਤਮਾ ਦੇ ਰਸ ਦੁਆਰਾ ਅਗਾਨੇ ਰੱਜ ਗਿਆ ਹੈ। ਅਸੀਂ ਮਨ ਕਰਕੇ ਰਸਕ ਪ੍ਰੇਮੀ ਬਣ ਕੇ, ਸੋ ਰਸਨਾ ਦੁਆਰਾ ਵਾਹਿਗੁਰੂ ਦੇ ਹਰੀ ਦੇ ਨਾਮ ਰਸ ਦੁਆਰਾ ਅਗਾਨੇ ਰੱਜ ਗਏ ਹਾਂ। ਫਿਰ ਬਹੁਰ ਨਾ ਭੂਖ ਲਗਾ। ਜਿਹਦਾ ਮਨ ਰੱਜ ਗਿਆ, ਫਿਰ ਬਹੁੜੋ ਦੁਬਾਰਾ ਫਿਰ ਉਹਨੂੰ ਭੁੱਖ ਨਹੀਂ ਲੱਗਦੀ ਹੈ। ਭੁੱਖ ਨਹੀਂ ਲੱਗ ਆਉਂਦੀ, ਭਾਵ ਤ੍ਰਿਸ਼ਨਾ ਮੁੱਕ ਜਾਂਦੀ ਹੈ ਪਦਾਰਥਾਂ ਦੀ, ਸੰਸਾਰ ਦੀ। ਬਲਕਿ ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਕੋਈ ਕਰੈ ਭਾਵ ਅਨੇਕ, ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ। ਜੇ ਪ੍ਰਸ਼ਨ ਕਰੀਏ ਮਹਾਰਾਜ ਇਹ ਨਾਮ ਹਿਰਦੇ 'ਚ ਕਿਵੇਂ ਵਸਦਾ ਜੀ, ਪ੍ਰਾਪਤੀ ਕਿਵੇਂ ਹੁੰਦੀ ਆ, ਤਾਂ ਹਜ਼ੂਰ ਕਹਿੰਦੇ ਨੇ ਕਿ ਜੇ ਗੁਰੂ ਮਹਾਰਾਜ ਦੀ ਸ਼ਰਨ ਨੂੰ ਛੱਡ ਕੇ ਕੋਈ ਵਿਅਕਤੀ ਉਪਾਵ ਯਤਨ ਕਰਦਾ ਅਨੇਕਾਂ ਹੀ, ਬਹੁਤ ਜ਼ਿਆਦੇ, ਬਿਨ ਕਿਰਪਾ ਨਾਮ ਨਾ ਪਾਵੇ। ਬਿਨਾਂ ਕਿਰਪਾ ਤੋਂ ਜੇ ਸ਼ਰਨ ਨਹੀਂ ਪੈਂਦਾ ਤਾਂ ਕਿਰਪਾ ਨਹੀਂ ਹੋਣੀ। ਹੋਰ ਅਨੇਕਾਂ ਤਰ੍ਹਾਂ ਦੇ ਯਤਨ ਉਪਾਵ ਕਰਦਾ ਹੈ ਤੇ ਨਹੀਂ ਨਾਮ ਪ੍ਰਾਪਤ ਹੁੰਦਾ ਬਿਨਾਂ ਕਿਰਪਾ ਤੋਂ। ਬਿਨ ਕਿਰਪਾ ਨਾਮ ਨਾ ਪਾਵੇ। ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਇਹ ਦਾਤ ਮਿਲਦੀ ਨਹੀਂ, ਤਾਂ ਹੀ ਇਹਨੂੰ ਅਮੋਲਕ ਕਿਹਾ। ਐਸੀ ਅਮੋਲਕ ਵਸਤੂ ਜਿਹੜੀ ਬਖਸ਼ਿਸ਼ ਤੋਂ ਬਗੈਰ ਨਹੀਂ ਮਿਲਦੀ ਹੈ। ਜਨ ਨਾਨਕ ਕਉ ਹਰ ਕਿਰਪਾ ਧਾਰੀ। ਸਤਿਗੁਰੂ ਰਾਮਦਾਸ ਕਹਿੰਦੇ, ਮੈਂ ਜਨ ਸੇਵਕ ਉੱਪਰ ਹਰੀ ਅਕਾਲ ਪੁਰਖ ਨੇ ਆਪਣੀ ਆਪ ਹੀ ਕਿਰਪਾ ਧਾਰਨ ਕੀਤੀ ਹੈ। ਮਤ ਗੁਰਮਤ ਨਾਮ ਦ੍ਰਿੜਾਵੈ। ਸਾਡੀ ਮਤ ਬੁੱਧੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਮਤ ਸਿੱਖਿਆ ਰਾਹੀਂ ਨਾਮ ਦ੍ਰਿੜ ਕਰਾਉਂਦਾ ਹੈ। ਨਾਮ ਹੀ ਦ੍ਰਿੜ ਕਰਾ ਰਿਹਾ। ਸਾਡੇ ਤੇ ਐਸੀ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਨੇ। ਰਾਗ ਗੌੜੀ ਮਾਝ ਮਹੱਲਾ ਚੌਥਾ। ਗੌੜੀ ਰਾਗ ਤੇ ਨਾਲ ਮਾਝ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਗੁਰਮੁਖ ਜਿੰਦੂ ਜਪ ਨਾਮ ਕਰਮਾ। ਹੇ ਮੇਰੀ ਜਿੰਦੇ, ਗੁਰਾਂ ਦੇ ਸਨਮੁਖ ਹੋ। ਹੇ ਜੀਵ, ਗੁਰਾਂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਨਾਮ ਜਪਣ ਦਾ ਕਰਮ ਕਰ। ਇਹੋ ਹੀ ਤੇਰੇ ਕੰਮ ਆਉਣਾ। ਇਹੋ ਕੰਮ ਹੈ ਤੇਰੇ ਤਾਂ ਹੀ ਲਾਭ ਦੇਣ ਵਾਲਾ, ਤੇਰੇ ਕੰਮ ਆਉਣ ਵਾਲਾ। ਤੇਰੇ ਕਾਮ ਆਵਤ ਇਹ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਹੋਰ ਕਾਰਜ ਤੇਰੇ ਕੰਮ ਨਹੀਂ ਆਉਣੇ, ਇਹ ਕਾਰਜ ਤੇਰੇ ਕੰਮ ਆਵੇਗਾ। ਮਤ ਮਾਤਾ ਮਤ ਜੀਓ ਨਾਮ ਮੁਖਰਾਮਾ। ਹਜ਼ੂਰ ਕਹਿੰਦੇ ਜਿਹੜੀ ਗੁਰੂ ਦੀ ਮਤ ਸਿੱਖਿਆ ਨਾ, ਉਹਨੂੰ ਆਪਣੀ ਮਾਤਾ ਵਾਂਗ ਪ੍ਰੇਮ ਕਰ। ਸਮਝ ਕੇ ਮਤ ਹੀ ਗੁਰੂ ਦੀ ਸਿੱਖਿਆ ਬਖਸ਼ੀ ਹੋਈ, ਗੁਰਮਤ ਹੀ ਮੇਰੀ ਮਾਤਾ ਹੈ। ਮਤ ਜੀਓ, ਗੁਰੂ ਦੀ ਦਿੱਤੀ ਸਿੱਖਿਆ ਨੂੰ ਆਪਣਾ ਜੀਵ ਆਤਮਾ ਸਮਝ ਲਾ। ਇੰਨਾ ਪਿਆਰ ਕਰ ਗੁਰੂ ਦੀ ਮਤ ਸਿੱਖਿਆ ਨਾਲ। ਨਾਮ ਮੁਖ ਰਾਮਾ, ਤੇ ਮੁਖ ਤੋਂ ਰਾਮ ਦਾ ਨਾਮ ਉਚਾਰਨ ਕਰ ਜੇ ਕਲਿਆਣ ਚਾਹੁੰਦੀ ਹੈ ਜਿੰਦੇ ਤਾਂ। ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ, ਤੇ ਸੰਤੋਖ ਨੂੰ ਆਪਣਾ ਪਿਤਾ ਬਣਾ ਲੈ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਇੱਥੇ ਵੀ ਕਿਹਾ ਹਜ਼ੂਰ ਨੇ, ਸੰਤੋਖ ਪਿਤਾ ਕਰ। ਸੰਤੁਸ਼ਟਤਾ, ਯਥਾ ਲਾਭ ਤਥਾ ਸੰਤੁਸ਼ਟ। ਜੋ ਕੁਝ ਪ੍ਰਮਾਤਮਾ ਵੱਲੋਂ ਆਪਣੇ ਆਪ ਮਿਲ ਰਿਹਾ ਹੈ ਉਹਦੇ ਵਿੱਚ ਸੰਤੁਸ਼ਟੀ ਰੱਖਣੀ। ਲਾਲਸਾ ਦਾ ਤਿਆਗ। ਰਹਿਣਾ ਤਾਂ ਸੰਸਾਰ ਵਿੱਚ, ਪਦਾਰਥਾਂ ਵਿੱਚ, ਸਰੀਰ ਵੀ ਸੰਸਾਰ ਪਦਾਰਥ ਹੈ, ਤੇ ਇਸ ਕਰਕੇ ਛੱਡ ਕੇ ਤਾਂ ਨਹੀਂ ਜਾਇਆ ਜਾ ਸਕਦਾ ਜਾਂ ਖੁਦਕਸ਼ੀ ਨਹੀਂ ਕਰ ਲੈਣੀ। ਪਰ ਜੋ ਕੁਝ ਪ੍ਰਮਾਤਮਾ ਨੇ ਵਰਤਣ ਲਈ ਬਖਸ਼ਿਆ ਉਹਦੇ ਵਿੱਚ ਸੰਤੁਸ਼ਟਤਾ ਹਾਸਲ ਕਰਨੀ। ਸੰਤੋਖ ਪਿਤਾ ਕਰ ਗੁਰਪੁਰਖ ਜਨਮਾ, ਤੇ ਜਿਹੜਾ ਅਜਨਮਾ ਸਰੂਪ ਹੈ ਅਜੂਨੀ ਅਕਾਲ ਪੁਰਖ ਪ੍ਰਮਾਤਮਾ, ਉਸ ਨੂੰ ਗੁਰੂ ਬਣਾ। ਉਸ ਦਾ ਸਰੂਪ ਜਿਹੜੇ ਗੁਰੂ ਮਹਾਰਾਜ ਹਨ
ਉਹਨਾਂ ਦੇ ਚਰਨੀ ਲੱਗਾ ਰਹੋ। ਵਡਭਾਗੀ ਮਿਲ ਰਾਮਾ। ਤੇ ਇਸ ਤਰ੍ਹਾਂ ਵਡਭਾਗੀ ਬਣ ਕੇ ਰਾਮ ਪ੍ਰਮਾਤਮਾ ਨੂੰ ਮਿਲ। ਇਹ ਮਨੋਰਥ ਹੈ ਜੀਵਨ ਦਾ। ਇੰਜ ਤੂੰ ਵਡਭਾਗੀ ਬਣ ਜਾਏਗਾ, ਵੱਡਿਆਂ ਭਾਗਾਂ ਵਾਲਾ। ਤੇਰੇ ਭਾਗ ਬਦਲ ਜਾਣਗੇ, ਵਡਭਾਗੀ ਬਣ ਜਾਏਗਾ। ਇਸ ਤਰ੍ਹਾਂ ਵਡਭਾਗੀ ਬਣ ਕੇ ਮਿਲ ਰਾਮਾ, ਰਾਮ ਪ੍ਰਮਾਤਮਾ ਨੂੰ। ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ। ਕਹਿੰਦੇ ਸਾਨੂੰ ਤਾਂ ਗੁਰੂ ਸਾਹਿਬ ਜੋਗੀ ਪੁਰਖ ਮਿਲੇ ਨੇ। ਜੋਗੀ ਹੁੰਦਾ ਪ੍ਰਮਾਤਮਾ ਵਿੱਚ ਜੁੜਿਆ ਹੋਇਆ। ਸੋ ਇਸ ਪ੍ਰਕਾਰ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪ੍ਰਮਾਤਮਾ ਜੁੜੇ ਹੋਏ ਸਤਿਗੁਰੂ ਮੇਰੇ ਰੋਗਾਂ ਤੋਂ ਰਹਿਤ ਨੇ, ਵਿਕਾਰਾਂ ਤੋਂ। ਜਿਹੜਾ ਪ੍ਰਮਾਤਮਾ ਨਾਲ ਜੁੜ ਜਾਏ ਤੇ ਸੰਸਾਰ ਵੱਲੋਂ ਟੁੱਟ ਜਾਏ, ਰੋਗ ਉਹਦੇ ਖਤਮ ਹੋ ਜਾਣ, ਉਹ ਹੈ ਜੋਗੀ। ਤੇ ਸਤਿਗੁਰੂ ਜੀ ਜੋਗੀ ਪੁਰਖ ਹਨ। ਰੰਗ ਮਾਣੀ ਐਸੇ ਮਿਲ ਪਏ ਸੱਚੇ ਪਾਤਸ਼ਾਹ। ਤੇ ਹੁਣ ਮੈਂ ਸਤਿਗੁਰੂ ਦੇ ਚਰਨਾਂ ਨਾਲ ਲੱਗ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਰੰਗ ਮਾਣਦਾ। ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੁਲਾ। ਰੰਗ ਪ੍ਰੇਮ ਆਨੰਦ, ਵਾਹਿਗੁਰੂ ਦੇ ਆਨੰਦ ਨੂੰ ਅਸੀਂ ਮਾਣਦੇ ਹਾਂ। ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਓ। ਕਿਉਂਕਿ ਗੁਰੂ ਮਹਾਰਾਜ ਜਿਹੜੇ ਮਿਲੇ ਨੇ ਨਾ ਸਾਨੂੰ, ਗੁਰੂ ਸਾਹਿਬ ਹਰੀ ਅਕਾਲ ਪੁਰਖ ਦੇ ਰੰਗ ਪ੍ਰੇਮ ਵਿੱਚ ਰਤੜਾ ਰੱਤੇ ਹੋਏ ਨੇ। ਤੇ ਸਦਾ ਵਾਸਤੇ ਵਾਸ਼ਨਾ ਰਹਿਤ ਹਨ। ਨਿਰਬਾਣੀ ਦਾ ਅਰਥ ਹੈ ਵਾਸ਼ਨਾ ਰਹਿਤ, ਨਿਰਬੰਧ ਸਰੂਪ। ਵਾਸ਼ਨਾ ਦੀਆਂ ਬੰਧਨ ਨਹੀਂ ਜਿਨ੍ਹਾਂ ਨੂੰ। ਵਡਭਾਗੀ ਮਿਲ ਸੁਗੜ ਸੁਜਾਣੀ ਜੀਓ। ਕਹਿੰਦੇ ਵਡਭਾਗੀ ਬਣ ਕੇ ਸੁਗੜ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲਾ, ਸੁਜਾਣੀ ਸ੍ਰੇਸ਼ਟ ਜਾਣਕਾਰ ਵਾਹਿਗੁਰੂ ਦਾਨਾ ਪ੍ਰਧਾਨਾ ਪ੍ਰਮਾਤਮਾ, ਉਸ ਨੂੰ ਮਿਲ। ਵਡਭਾਗੀ ਮਿਲ ਸੁਗੜ ਸੁਜਾਣੀ ਜੀਓ। ਮਿਲੇ ਹਾਂ ਵੱਡਿਆਂ ਭਾਗਾਂ ਕਰਕੇ ਸੁਗੜ ਸੁਜਾਨ ਪ੍ਰਮਾਤਮਾ ਨੂੰ ਗੁਰਾਂ ਦੀ ਰਾਹੀਂ। ਮੇਰਾ ਮਨ ਤਨ ਹਰ ਰੰਗ ਭਿੰਨਾ। ਮੇਰਾ ਮਨ ਤੇ ਤਨ ਦੋਵੇਂ ਹਰੀ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਭਿੱਜ ਗਏ ਹਨ। ਮਨ ਵੀ ਭਿੱਜ ਗਿਆ, ਤਨ ਵੀ ਭਿੱਜ ਗਿਆ। ਆਵੋ ਸੰਤੋ ਮਿਲ ਨਾਮ ਜਪਾਹਾ। ਐ ਸੰਤ ਜਨੋ ਆਓ ਮਿਲ ਕੇ ਬੈਠੀਏ ਤੇ ਮਿਲ ਕੇ ਵਾਹਿਗੁਰੂ ਦਾ ਨਾਮ ਜਪੀਏ ਜਪਾਈਏ। ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ। ਔਰ ਇਸ ਤਰ੍ਹਾਂ ਸੰਗਤ ਵਿੱਚ ਮਿਲ ਕੇ ਸਦਾ ਹੀ ਪ੍ਰਮਾਤਮਾ ਦੇ ਨਾਮ ਜਪਣ ਦਾ, ਆਰਾਧਨ ਦਾ ਲਾਹਾ ਲੈਣਾ ਚਾਹੀਦਾ ਹੈ ਜੀ। ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ। ਤੇ ਜਿਹੜੇ ਰੱਬ ਦੇ ਸੰਤ ਨੇ ਨਾ, ਸ਼ਾਂਤ ਆਤਮਾ ਵਾਹਿਗੁਰੂ 'ਚ ਮਿਲੇ ਹੋਏ, ਵਾਹਿਗੁਰੂ ਸਰੂਪ, ਉਹਨਾਂ ਸੰਤਾਂ ਦੀ ਸੇਵਾ ਕਰਕੇ ਮੁਖ ਵਿੱਚ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਜਿਹੜਾ ਹੈ ਉਹ ਪ੍ਰਾਪਤ ਕਰ ਲਈਦਾ ਹੈ। ਪ੍ਰਾਪਤ ਕਰ ਲਓ ਜਿਨ੍ਹਾਂ ਨੇ ਕੀਤਾ। ਮਿਲ ਪੂਰਬ ਲਿਖੇ ਅੜੇ ਤੁਰ ਕਰਮਾ। ਉਹ ਮਿਲੇ ਹਨ ਸਤਿਗੁਰੂ ਮਹਾਰਾਜ ਨੂੰ, ਐਸੇ ਸੰਤਾਂ ਨੂੰ ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਨਿਸ਼ਕਾਮ ਕਰਮਾਂ ਦੀ ਵਜ੍ਹਾ ਨਾਲ ਪ੍ਰਮਾਤਮਾ ਅਕਾਲ ਪੁਰਖ ਨੇ ਧੁਰੋਂ ਹੀ ਮਸਤਕ ਤੇ ਲੇਖ ਲਿਖੇ ਹੋਏ ਸਨ। ਸਾਵਣ ਵਰਸ ਅੰਮ੍ਰਿਤ ਜਗ ਛਾਇਆ ਜੀਓ। ਜਿਵੇਂ ਸਾਉਣ ਦੇ ਮਹੀਨੇ 'ਚ ਵਰਸ ਬੱਦਲ ਵਰਦਾ ਹੈ ਤੇ ਸਾਰੇ ਜਗਤ ਵਿੱਚ ਜਿਹੜਾ ਜਲ ਹੈ ਉਹ ਛਾ ਜਾਂਦਾ ਹੈ। ਅੰਮ੍ਰਿਤ ਦੀ ਨਿਆਈ ਜਿਹੜਾ ਜਲ ਹੈ ਨਾ, ਸਾਫ ਸੁਥਰਾ ਜਲ ਉੱਪਰੋਂ ਵਰਦਾ ਤੇ ਸਾਰੇ ਜਗ ਵਿੱਚ ਛਾ ਗਿਆ ਜਿਵੇਂ ਉਹ ਨਾ ਜਲ। ਮਨ ਮੋਰ ਕੋਹ ਕਿਹੜਾ ਸ਼ਬਦ ਮੁਖ ਪਾਇਆ। ਤੇ ਜਿਸ ਵੇਲੇ ਬੱਦਲ ਵਰਦੇ ਹਨ ਤੇ ਉਸ ਵੇਲੇ ਮੋਰ ਬੜੇ ਕੂਕਦੇ ਨੇ, ਬੜੀਆਂ ਸੁੰਦਰ ਆਵਾਜ਼ਾਂ ਕੱਢਦੇ, ਪਹਿਲਾਂ ਪਾਉਣ ਲੱਗ ਜਾਂਦੇ ਨੇ। ਪਪੀਹਾ ਬੜਾ ਖੁਸ਼ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਹਨ ਬੱਦਲ ਰੂਪ। ਤੇ ਸਾਉਣ ਦਾ ਮਹੀਨਾ ਮਨੁੱਖਾ ਜਨਮ ਹੈ। ਇਸ ਮਨੁੱਖਾ ਜਨਮ ਵਿੱਚ ਜਦੋਂ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਬੱਦਲ ਬਣ ਕੇ ਉਹਨਾਂ ਨੇ ਅੰਮ੍ਰਿਤ ਨਾਮ ਜਲ ਦੀ ਵਰਖਾ ਕੀਤੀ ਤੇ ਸੇਵਕ ਦਾ ਜਿਹੜਾ ਮਨ ਹੈ, ਭਗਤ ਦਾ, ਜਗਿਆਸੂ ਦਾ, ਉਹ ਮੋਰ ਦੀ ਨਿਆਈ ਕੂਕਿਆ ਸ਼ਬਦ ਮੁਖ ਪਾਇਆ। ਗੁਰਾਂ ਦਾ ਉਪਦੇਸ਼ ਰੂਪੀ ਸ਼ਬਦ ਮੁਖ ਵਿੱਚ ਪੈ ਗਿਆ, ਜਿਵੇਂ ਪਪੀਹੇ ਦੇ ਮੁਖ 'ਚ ਸਵਾਂਤੀ ਬੂੰਦ ਪੈਂਦੀ ਹੈ। ਹਰ ਅੰਮ੍ਰਿਤ ਵੁੱਠੜਾ ਮਿਲਿਆ ਹਰ ਰਾਇਆ ਜੀਓ। ਹਰੀ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਵੁੱਠੜਾ ਵਸਿਆ ਤੇ ਮਿਲਿਆ ਹਰ ਰਾਇਆ ਜੀ। ਤਾਂ ਹਰੀ ਰਾਜਾ ਪ੍ਰਮਾਤਮਾ ਅਕਾਲ ਪੁਰਖ ਹੀ ਮਿਲ ਪਿਆ। ਜਨ ਨਾਨਕ ਪ੍ਰੇਮ ਰਤਨਾ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਮੈਂ ਜਨ ਨੂੰ ਜਾਂ ਕਿਸੇ ਵੀ ਜਨ ਪ੍ਰੇਮੀ ਨੂੰ, ਸੇਵਕ ਜੋ ਵਾਹਿਗੁਰੂ ਦਾ ਹੈ, ਉਹ ਪ੍ਰੇਮ ਰੂਪੀ ਰਤਨ ਉਸ ਨੂੰ ਪ੍ਰਾਪਤ ਹੋਇਆ। ਪ੍ਰੇਮ ਦੁਆਰਾ ਰਤਨਾ ਰਤਨ ਵਿਰਾਗ ਰਤਨਾ ਨਾਮ ਉਹ ਪ੍ਰਾਪਤ ਹੋ ਗਿਆ ਹੈ। ਗੌੜੀ ਮਾਝ ਮਹੱਲਾ ਚੌਥਾ। ਗੌੜੀ ਬਾਝ ਰਾਗ ਅੰਦਰ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਆਓ ਸਖੀ ਗੁਣ ਕਾਮਣ ਕਰੀਹਾ ਜੀਓ।
हे सखियो सहेलियो भाव जगियासू जनों सतसंगियो आओ मिलो। ਤੇ ਸ਼ੁਭ ਗੁਣ ਜਿਹੜੇ ਹਨ ਨਾ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਅਥਵਾ ਪਰਮਾਤਮਾ ਦੇ ਗੁਣ ਜੋ ਗਾਉਣੇ ਹਨ। ਇੱਥੇ ਕਾਵਣ ਦਾ ਅਰਥ ਹੈ ਟੂਣੇ, ਜਨਾਣੇ ਨੂੰ ਔਂਕੜ ਹੁੰਦਾ ਫਿਰ ਇੱਕ ਟੂਣਾ। ਇਹ ਟੂਣੇ ਕਰੀਏ, ਜਾਦੂ ਟੂਣੇ ਇਹੋ ਜਿਹੇ ਕਰੀਏ ਆਪਾਂ, ਜਿਵੇਂ ਪਤੀ ਨੂੰ ਵਸ ਕਰਨ ਵਾਸਤੇ ਜਾਦੂ ਟੂਣੇ ਕਰੀ ਫਿਰਦੀਆਂ ਨਾ ਬੀਬੀਆਂ ਕਈ ਪੁੱਠੇ ਰਾਹੇ ਪੈ ਗਏ। ਇਸ ਤਰ੍ਹਾਂ ਕਹਿੰਦੇ ਸ਼ੁਭ ਗੁਣਾ ਰੂਪੀ ਟੂਣੇ ਜਾਦੂ ਕਰੀਏ ਵਾਹਿਗੁਰੂ ਨੂੰ ਪ੍ਰਾਪਤ ਕਰਨ ਲਈ। ਮਿਲ ਸੰਤ ਜਨਾਂ ਰੰਗ ਮਾਣਹਿ ਰਲੀਆਂ ਜੀ। ਸੰਤ ਜਨਾਂ ਜੀ ਦੀ ਸੰਗਤ 'ਚ ਮਿਲ ਕੇ ਜਿਹੜੇ ਸਵਾਸ ਸਵਾਸ ਭਜਨ ਕਰਨ ਵਾਲੇ ਗੁਰਮੁਖ ਨੇ, ਉਹਨਾਂ ਸੰਤ ਜਨਾਂ ਸੇਵਕਾਂ ਔਰ ਰੱਬ ਦੇ ਪਿਆਰਿਆਂ ਦੀ ਸੰਗਤ 'ਚ ਮਿਲ ਕੇ ਰੰਗ ਮਾਣੀਏ, ਆਨੰਦ ਤੇ ਖੁਸ਼ੀਆਂ ਮਾਣੀਏ। ਰਲੀ ਖੁਸ਼ੀ ਨੂੰ ਕਹਿੰਦੇ ਨੇ। ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਓ। ਗੁਰੂ ਦਾ ਬਖਸ਼ਿਆ ਹੋਇਆ ਗਿਆਨ ਰੂਪੀ ਦੀਪਕ, ਜਿਹੜਾ ਦੀਵਾ, ਗਿਆਨ ਦਾ ਦੀਵਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਰਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਸਦਾ ਹੀ ਮਨ ਵਿੱਚ ਬਲਿਆ ਹੋਇਆ ਹੈ, ਸਦਾ ਹੀ ਮਨ ਵਿੱਚ ਬਲ ਗਿਆ ਹੈ। ਬਲੀਆ ਬਲ ਜਾਏਗਾ। ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਓ। ਹਰ ਤੁਠੈ ਢੁੱਲ ਢੁੱਲ ਮਿਲਿਆ ਜੀਓ। ਜਦੋਂ ਹਰੀ ਪਰਮਾਤਮਾ ਆਪ ਤੁੱਠ ਪਏ ਤੇ ਢੁੱਲ ਢੁੱਲ ਨਰਮ ਹੋ ਕੇ ਮਿਲੇ ਹਾਂ ਪਰਮਾਤਮਾ ਨੂੰ, ਹਿਰਦਾ ਨਰਮ ਹੋ ਜਾਂਦਾ। ਅਥਵਾ ਵਾਹਿਗੁਰੂ ਤੁੱਠ ਕੇ ਢੁੱਲ ਢੁੱਲ ਕੇ ਬਹੁਤ ਦਰਵੀਭੂਤ ਹੋ ਕੇ, ਸੋ ਨੇੜੇ ਟੁਕ ਟੁਕ ਕੇ ਬਹੁਤ ਪ੍ਰੇਮ ਦੇ ਸਹਿਤ ਵਾਹਿਗੁਰੂ ਜੀ ਮਿਲੇ ਹਨ ਆ ਕੇ। ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਪ੍ਰੇਮ ਹੀ ਪ੍ਰੇਮ ਲੱਗਾ ਹੋਇਆ ਹੈ। ਕਿਹਦੇ ਨਾਲ? ਹਰੀ ਜੋ ਢੋਲੇ, ਢੋਲਣ ਪਰਮਾਤਮਾ ਪਤੀ ਹੈ। ਜੋ ਢੋਲ ਪਤੀ ਹੈ ਨਾ ਪਰਮਾਤਮਾ, ਉਸ ਢੋਲੇ ਪਤੀ ਨਾਲ ਪ੍ਰੇਮ ਲੱਗਾ ਹੋਇਆ ਹਰੀ ਨਾਲ। ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ। ਮੈਨੂੰ ਕਿਹਨੇ ਮਿਲਿਆ ਵਾਹਿਗੁਰੂ ਨਾਲ? ਕਹਿੰਦੇ ਮੇਲੇ ਮਿੱਤਰ, ਮੈਨੂੰ ਮਿੱਤਰ ਮਿਲਾ ਦਿੱਤੇ ਹਨ ਸਤਿਗੁਰੂ ਜੋ ਵਿਚੋਲੇ ਹਨ। ਉਹਨਾਂ ਨੇ ਪੂਰੇ ਸਤਿਗੁਰੂ ਜੀ ਵਿਚੋਲੇ ਬਣ ਗਏ ਤੇ ਉਹਨਾਂ ਨੇ ਮੈਨੂੰ ਮਿੱਤਰ ਹਰੀ ਅਕਾਲ ਪੁਰਖ ਜੀ ਮਿਲਾ ਦਿੱਤੇ। ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ। ਮੈਂ ਉਹਨਾਂ ਸੰਤਾਂ ਨੂੰ, ਸਤਿਗੁਰਾਂ ਨੂੰ ਆਪਣਾ ਮਨ ਹੀ ਦੇ ਦੇਵਾਂ ਜਿਹੜੇ ਮੇਰਾ ਪ੍ਰਭੂ ਪਰਮਾਤਮਾ ਮੇਰੇ ਨਾਲ ਮਿਲਾਉਂਦੇ ਨੇ। ਹਰ ਵਿਟੜਿਓ ਸਦਾ ਘੋਲੇ ਜੀਓ। ਹਰੀ ਪਰਮਾਤਮਾ ਦੇ ਉੱਪਰੋਂ, ਵਿਟੜਿਓ ਵਿਟੋਂ ਉੱਤੋਂ ਉੱਪਰੋਂ ਸਦਾ ਵਾਸਤੇ ਮੈਂ ਘੋਲ ਘਮਾਈ ਜਾਵਾਂ, ਆਪਣਾ ਆਪ ਘੋਲਦਿਆਂ ਵਾਰਦਿਆਂ। ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਹੇ ਮੇਰੇ ਪਿਆਰਿਆ ਮੇਰੇ ਅੰਦਰ ਆ ਕੇ ਵਸ। ਹੇ ਮੇਰੇ ਗੋਬਿੰਦ ਪਰਮਾਤਮਾ ਜੀ ਅੰਦਰ ਆ ਕੇ ਵਸ। ਹੇ ਹਰੀ ਜੀ ਕਿਰਪਾ ਕਰਕੇ ਮਨ ਵਿੱਚ ਵਸੇ ਰਹੋ ਸਦਾ ਲਈ। ਮਨ ਚਿੰਦਿਆੜਾ ਫਲ ਪਾਇਆ ਮੇਰੇ ਗੋਵਿੰਦਾ, ਗੁਰ ਪੂਰਾ ਵੇਖ ਵਿਗਸ ਜੀਓ। ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਪੂਰੇ ਗੁਰੂ ਨੂੰ ਵੇਖ ਕੇ ਜਦੋਂ ਵਿਗਸ ਖੇੜੇ ਦੇ ਸਹਿਤ ਹੋ ਗਏ ਅਸੀਂ, ਤੇ ਗੁਰੂ ਨੂੰ ਮਿਲਣ ਕਰਕੇ ਮਨ ਚਿੰਦਿਆ, ਮਨ ਚਿਤਵਿਆ ਹੋਇਆ ਫਲ ਗਿਆਨ ਤੁਹਾਡੀ ਪ੍ਰਾਪਤੀ, ਤੁਹਾਡਾ ਗਿਆਨ ਹੈ ਗੋਬਿੰਦ ਪਰਮਾਤਮਾ ਜੀ। ਪੂਰਿਆਂ ਗੁਰਾਂ ਦੇ ਦਰਸ਼ਨ ਕਰਕੇ ਹੀ ਪ੍ਰਾਪਤ ਹੋਇਆ ਤੇ ਅਸੀਂ ਖਿੜੇ ਰਹਿੰਦੇ ਹਾਂ ਸਦਾ। ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ, ਮਨ ਅਨੰਦਨ ਅਨੰਦਰ ਹੱਸ ਜੀਓ। ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਜਿਨ੍ਹਾਂ ਸਖੀਆਂ ਨੂੰ ਹਰੀ ਦਾ ਨਾਮ ਮਿਲ ਗਿਆ ਨਾ ਸਤਿਗੁਰਾਂ ਦੁਆਰਾ, ਉਹ ਸੁਹਾਗਣੀਆਂ ਬਣ ਗਈਆਂ, ਤੁਹਾਡੀਆਂ ਸੁਹਾਗਵੰਤੀਆਂ ਇਸਤਰੀਆਂ ਬਣ ਗਈਆਂ। ਹੈ ਮੇਰੇ ਗੋਬਿੰਦ ਪਰਮਾਤਮਾ, ਮਨ ਅਨਦਿਨ ਅੰਦਰ ਹੱਸ ਜੀਓ। ਉਹਨਾਂ ਦੇ ਮਨ ਅੰਦਰ ਰੋਜ਼ ਰੋਜ਼ ਰਾਤ ਦਿਨੇ ਆਨੰਦ ਤੇਰਾ ਹੱਸ ਚਾਉ ਖੜਾ ਰਹਿੰਦਾ ਸਦਾ ਹੀ। ਹਰ ਪਾਇੜਾ ਵਡ ਭਾਗੀ ਮੇਰੇ ਗੋਵਿੰਦਾ। ਹੇ ਮੇਰੇ ਗੋਬਿੰਦ ਪਰਮਾਤਮਾ ਜੀ, ਹੇ ਹਰੀ ਜੀ, ਵੱਡਿਆਂ ਭਾਗਾਂ ਵਾਲਿਆਂ ਨੇ ਤੁਹਾਡੀ ਪ੍ਰਾਪਤੀ ਕੀਤੀ ਹੈ ਤੇ ਜਿਨ੍ਹਾਂ ਵੱਡਿਆਂ ਭਾਗਾਂ ਕਰਕੇ ਪਾਇਆ ਹੈ ਨਿਤ ਲੈ ਲਾਹਾ ਮਨਸ ਜੀ। ਉਹ ਨਿਤ ਹੀ ਲਾਹਾ ਲੈਂਦੇ ਹਨ ਤੁਹਾਡੇ ਨਾਮ ਸਿਮਰਨ ਦਾ, ਤੁਹਾਡੀ ਪ੍ਰਾਪਤੀ ਦੇ ਆਨੰਦ ਦਾ, ਅਭੇਦਤਾ ਦਾ। ਤੇ ਮਨ ਹੀ ਮਨ ਦੇ ਅੰਦਰ ਉਹ ਗੁਰਮੁਖ ਪਿਆਰੇ ਹੱਸਦੇ ਹਨ, ਖਿੜੇ ਰਹਿੰਦੇ ਹਨ। ਹਰ ਆਪ ਉਪਾਏ ਹਰ ਆਪੇ ਵੇਖਿਆ, ਹਰ ਆਪੇ ਕਾਰੈ ਲਾਇਆ ਜੀਓ। ਹਰੀ ਪਰਮਾਤਮਾ ਆਪ ਹੀ ਉਪਾਏ ਰਚਦਾ ਹੈ ਸੰਸਾਰ ਦੇ ਸਭ ਜੀਆਂ ਨੂੰ। ਹਰ ਆਪੇ ਵੇਖਿਆ, ਹਰੀ ਆਪ ਪਰਮਾਤਮਾ ਸਭ ਦੀ ਸੰਭਾਲ ਕਰਦਾ, ਆਪਣੀ ਨਜ਼ਰ ਥੱਲੇ ਰੱਖਦਾ। ਹਰ ਆਪੇ ਕਾਰੈ ਲਾਇਆ ਜੀਓ। ਤੇ ਸਾਰਿਆਂ ਜੀਆਂ ਨੂੰ ਹਰੀ ਪਰਮਾਤਮਾ ਨੇ ਆਪ ਹੀ ਕਿਸੇ ਨਾ ਕਿਸੇ ਕਾਰ ਵਿੱਚ, ਕੰਮ ਵਿੱਚ ਲਾਇਆ ਹੋਇਆ। ਇੱਕ ਖਾਵੈ ਬਖਸ਼ ਤੋਟ ਨਾ ਆਵੈ। ਇੱਕ ਰੱਬ ਦੀਆਂ ਬਖਸ਼ਿਸ਼ਾਂ ਇੰਨੀਆਂ ਭੋਗਦੇ ਨੇ, ਖਾਂਦੇ ਨੇ ਕਿ ਕੋਈ ਤੋਟ ਹੀ ਨਹੀਂ ਆਉਂਦੀ, ਘਾਟਾ ਹੀ ਨਹੀਂ ਆਉਂਦਾ ਕਿਸੇ ਚੀਜ਼ ਦਾ, ਕੋਈ ਚੀਜ਼ ਮੁੱਕਦੀ ਨਹੀਂ। ਇੱਕ ਨਾ ਫੱਕਾ ਪਾਇਆ। ਫੱਕਾ ਕੀ ਹੁੰਦਾ?
ਇੱਕ ਲੱਪ ਕਿਸੇ ਚੀਜ਼ ਦੀ ਭਰ ਕੇ ਕਿਸੇ ਦੀ ਝੋਲੀ 'ਚ ਪਾ ਦੇਣੀ। ਮਤਲਬ ਹੈ ਕਿ ਥੋੜ੍ਹਾ ਬਖਸ਼ਿਆ ਜਿਨ੍ਹਾਂ ਨੂੰ, ਇਕਨਾਂ ਦੀ ਝੋਲੀ 'ਚ ਇੱਕ ਫੱਕਾ ਹੀ ਪਾਇਆ, ਥੋੜ੍ਹੀ ਦਾਤ ਪਾਈ, ਥੋੜ੍ਹਾ ਹੀ ਪਦਾਰਥ ਬਖਸ਼ਿਆ ਹੈ, ਕਿਉਂਕਿ ਪਾਤਰ ਵੱਖਰੇ ਵੱਖਰੇ ਨੇ। ਜਿਹੋ ਜਿਹੇ ਕਰਮ ਜੀਆਂ ਕਮਾਏ ਨੇ ਉਹਦੇ ਅਨੁਸਾਰ ਇਕਨਾਂ ਨੂੰ ਥੋੜ੍ਹੀ ਦਾਤ ਬਖਸ਼ੀ। ਇੱਕ ਰਾਜੇ ਤਖਤ ਬਹਿ ਨਿਤ ਸੁਖੀਏ, ਇੱਕ ਆਪਣੇ ਪੂਰਬਲੇ ਚੰਗੇ ਕਰਮਾਂ ਦੀ ਵਜ੍ਹਾ ਨਾਲ ਵਾਹਿਗੁਰੂ ਦੇ ਹੁਕਮ ਦੁਆਰਾ ਇੱਕ ਰਾਜੇ ਬਣ ਗਏ ਅਤੇ ਨਿਤ ਤਖਤ 'ਤੇ ਬੈਠੇ ਹੋਏ ਸੁਖ ਲੈਂਦੇ ਨੇ। ਜੋ ਚੀਜ਼ ਖਾਣੀ ਪੀਣੀ ਚਾਹਣ, ਜੋ ਭੋਗਣਾ ਚਾਹਣ ਉਹ ਭੋਗਦੇ ਨੇ, ਹੁਕਮ ਉਹਨਾਂ ਦਾ ਚੱਲਦਾ। ਇੱਕ ਨਾ ਭਿੱਖ ਮੰਗਾਇਆ ਜੀ, ਉਹ ਇੱਕ ਰਾਜੇ ਤਖਤ 'ਤੇ ਬੈਠੇ ਨਿਤ ਦੇ ਸੁਖੀ ਬਣਾਉਂਦੇ ਹਨ, ਸਰੀਰਕ ਸੁਖੀ। ਵੱਡੀ ਦਾਤ ਨਹੀਂ ਹੈ, ਵੱਡੀ ਦਾਤ ਤਾਂ ਵਾਹਿਗੁਰੂ ਦੀ ਪ੍ਰਾਪਤੀ, ਵਾਹਿਗੁਰੂ ਦਾ ਨਾਮ ਹੈ। ਪਰ ਦੁਨਿਆਵੀ ਤੌਰ 'ਤੇ ਸਾਡੀ ਨਜ਼ਰ ਵਿੱਚ ਰਾਜ ਤਖਤ ਮਿਲਣਾ ਬਹੁਤ ਵੱਡੀ ਚੀਜ਼ ਹੈ। ਜੇ ਪਾਪ ਨਾ ਕਰੇ ਕੋਈ ਤੇ ਇੱਕ ਸੇਵਾ ਹੈ ਪ੍ਰਜਾ ਦੀ, ਖਲਕਤ ਦੀ, ਪਰ ਮਾੜੇ ਕਰਮ ਕਰਦੇ ਨੇ ਲੋਕ। ਇੱਕ ਰਾਜੇ ਬਣਾਉਣ 'ਤੇ ਮੌਕਾ ਦਿੱਤਾ, ਉਹਨਾਂ ਦੇ ਕਰਮਾਂ ਦਾ ਫਲ ਦਿੱਤਾ, ਤਖਤ 'ਤੇ ਬੈਠੇ ਨਿਤ ਸੁਖੀ ਹਨ। ਇਕਨਾ ਭਿੱਖ ਮੰਗਾਇਆ ਜੀ, ਅਤੇ ਇਕਨਾਂ ਨੂੰ ਉਹਨਾਂ ਦੇ ਪਿਛਲੇ ਜਨਮਾਂ ਦੇ ਨਾ ਚੰਗੇ ਕਰਮ ਹੋਣ ਕਰਕੇ ਭਿਖਾਰੀ ਬਣਾ ਕੇ ਭਿਖਿਆ ਮੰਗਾਈ ਹੈ ਜੀ ਵਾਹਿਗੁਰੂ ਨੇ। ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ, ਜਨ ਨਾਨਕ ਨਾਮ ਧਿਆਇਆ ਜੀ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਹੇ ਮੇਰੇ ਗੋਬਿੰਦ ਪਰਮਾਤਮਾ, ਸਭ ਪਾਸੇ ਇੱਕ ਆਪ ਜੀ ਦਾ ਹੀ ਸ਼ਬਦ ਦਾ ਅਰਥ ਹੈ ਹੁਕਮ, ਕਿਉਂਕਿ ਸ਼ਬਦ ਦੇ ਕਈ ਅਰਥ ਨੇ। ਸ਼ਬਦ ਅੱਖਰਾਂ ਦਾ ਜੋੜ, ਸ਼ਬਦ ਨਾਮ, ਸ਼ਬਦ ਉਪਦੇਸ਼, ਸ਼ਬਦ ਬ੍ਰਹਮ, ਸ਼ਬਦ ਸੰਸਾਰ, ਸ਼ਬਦ ਹੁਕਮ, ਫੁਰਮਾਨ। ਸਭ ਪਾਸੇ ਇੱਕੋ ਤੇਰਾ ਹੁਕਮ ਹੀ ਵਰਤਦਾ ਹੈ ਮੇਰੇ ਗੋਬਿੰਦ ਪਰਮਾਤਮਾ ਜੀ। ਜਨ ਨਾਨਕ ਨਾਮ ਧਿਆਇਆ ਜੀ। ਅਸਾਂ ਜਨਾਂ ਨੇ ਜਾਂ ਜਿਹੜੇ ਵੀ ਤੇਰੇ ਜਨ ਬਣੇ ਉਹਨਾਂ ਨੇ ਕੇਵਲ ਤੇਰਾ ਨਾਮ ਹੀ ਧਿਆਇਆ, ਸਿਮਰਿਆ ਹੈ, ਇੰਜ ਜਾਣ ਕੇ ਕਿ ਤੇਰਾ ਹੀ ਹੁਕਮ ਸਭ ਪਾਸੇ ਵਰਤ ਰਿਹਾ ਹੈ। ਕੋਈ ਉਜਰ ਨਹੀਂ ਕੀਤਾ ਉਹਨਾਂ, ਤੇਰੀ ਕੀਤੀ ਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਜਨਾਂ ਨੇ ਤੇਰਾ ਹੀ ਨਾਮ ਧਿਆਇਆ ਦਿਨ ਰਾਤ, ਇਹ ਜਾਣ ਕੇ ਕਿ ਸਭ ਪਾਸੇ ਇੱਕ ਆਪ ਜੀ ਦਾ ਹੁਕਮ ਹੀ ਵਰਤ ਰਿਹਾ ਹੈ, ਤੇਰਾ ਹੀ ਫਰਮਾਨ ਜਾਰੀ ਹੋਇਆ ਅਤੇ ਜੋ ਕੁਝ ਹੋ ਰਿਹਾ ਹੋ ਰਿਹਾ। ਇੱਥੋਂ ਤੱਕ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ ਕੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।